ਅੱਜ ਕੱਲ੍ਹ ਟਰਾਂਸਮਾਈਗ੍ਰੇਸ਼ਨ ਆਫ ਸੋਲਸ, ਮਰਨ ਤੋਂ ਬਾਅਦ ਆਤਮਾ ਦੀ ਯਾਤਰਾ ਦੇ ਵਿੱਚ ਵਿਸ਼ਵਾਸ ਕਰਨ ਵਾਲੇ ਲੋਕ ਬਹੁਤ ਥੋੜ੍ਹੇ ਹੈ। ਪਰ ਜਦੋਂ ਅਨੁਵਾਦ ਦੀ ਗੱਲ ਕਰਦੇ ਆ ਤਾਂ ਮੰਨ ਕੇ ਚੱਲਦੇ ਆ ਕਿ ਆਤਮਾ ਹੁੰਦੀ ਹੈ, ਕਿ ਇਸ ਭਾਸ਼ਾ ਤੋਂ ਦੂਜੀ ਭਾਸ਼ਾ 'ਚ ਲੈ ਜਾਣ ਦਾ ਮਤਲਬ ਹੈ ਉਸ ਦੀ ਆਤਮਾ ਨੂੰ ਟਰਾਂਸਫਰ ਕਰਨਾ ਹੈ ਅਤੇ ਸਰੀਰ ਹੀ ਸਿਰਫ ਬਦਲਣਾ ਹੈ, ਆਤਮਾ ਉਹੀ ਰਹਿਣੀ ਹੈ। ਇੱਕ ਤਾਂ ਅਸੀਂ ਇਹ ਦੇਖੀਏ ਕਿ ਕੀ ਸੱਚਮੁੱਚ ਕੋਈ ਸੋਲ ਐਂਡ ਬੋਡੀ ਦੀ ਡਿਸਟਿੰਕਸ਼ਨ, ਇਹਦਾ ਫਰਕ ਸਾਹਿਤ ਵਿੱਚ ਹੁੰਦਾ ਹੈ ਕਿ ਨਹੀਂ। ਨੈਬੋਕੋਵ ਨੇ, ਜਿਹੜਾ ਰਸ਼ੀਅਨ 'ਚ ਲਿਖਦਾ ਸੀ ਔਰ ਬਾਅਦ ਵਿੱਚ ਅੰਗਰੇਜ਼ੀ 'ਚ ਲਿਖਿਆ ਅਤੇ ਅੰਗਰੇਜ਼ੀ 'ਚ ਲਿਖ ਕੇ ਨੋਬੈਲ ਪ੍ਰਾਈਜ਼ ਲਿਆ, ਉਸਨੇ ਇੱਕ ਐਸੇ ਦੇ ਵਿੱਚ ਲਿਖਿਆ ਸੀ, A writer knows that there are no objective words for describing any objective world. Neither of the two exists. ਨਾ ਤਾਂ ਕੋਈ ਆਬਜੈਕਟਿਵ ਦੁਨੀਆ ਹੁੰਦੀ ਹੈ ਤੇ ਨਾ ਹੀ ਕੋਈ ਆਬਜੈਕਟਿਵ ਸ਼ਬਦ ਹੁੰਦੇ। ਸੋ ਪੰਜਾਬੀ ਦਾ ਇਹ ਲਫ਼ਜ਼ ਉਲੱਥਾ ਮੂਲ ਤੌਰ ਤੇ ਗਲਤ ਹੈ। ਅਗਰ ਉਲੱਥਣਾ ਟਰਾਂਸਲੇਸ਼ਨ ਦੀ ਟਰਾਂਸਲੇਸ਼ਨ ਹੈ ਤਾਂ ਗਲਤ ਹੈ। ਇੱਥੇ ਤੱਕ ਕਿ ਟਰਾਂਸਲੇਸ਼ਨ ਸ਼ਬਦ ਵੀ ਗਲਤ ਹੈ। ਇਸ ਲਈ ਮੇਰਾ ਪ੍ਰੈਫਰਡ ਲਫ਼ਜ਼ ਉਹਦੇ ਲਈ ਅਨੁਕਾਰ ਹੈ, ਜਿਹੜਾ ਭਾਰਤੀ ਪਰੰਪਰਾ 'ਚੋਂ ਲਿਆ ਗਿਆ ਹੈ। ਔਰ ਅਨੁਕਾਰ, ਅਨੁਕ੍ਰਿਤੀ, ਇਹ ਭੈਣ ਭਰਾ ਹੈ। ਇੱਕ ਤਾਂ ਅਨੁਕ੍ਰਿਤੀ ਦੇ ਵਿੱਚ ਕ੍ਰਿਤੀ ਹੈ, ਕਿਰਤ ਹੈ। ਦੂਸਰੇ ਅਨੁਕਾਰ ਦੇ ਵਿੱਚ ਜਾਂ ਅਨੁਕ੍ਰਿਤੀ ਦੇ ਵਿੱਚ ਪਿੱਛੇ ਪਿੱਛੇ ਚੱਲਣਾ ਹੈ, ਬਾਅਦ ਵਿੱਚ ਵਾਪਰਨਾ ਹੈ। ਅਨੁਵਾਦ ਕਦੀ ਇੱਦਾਂ ਨਹੀਂ ਹੁੰਦਾ ਕਿ ਪਹਿਲੇ ਅਨੁਵਾਦ ਹੋ ਜਾਏ ਅਤੇ ਬਾਅਦ ਵਿੱਚ ਕਿਤਾਬ ਲਿਖੀ ਜਾਏ। ਅਨੁਵਾਦ ਬਾਅਦ ਵਿੱਚ ਹੁੰਦਾ ਔਰ ਕੀਤਾ ਜਾਂਦਾ ਹੈ। ਇਸ ਲਈ ਉਹਦੇ ਵਿੱਚ ਕੋਈ ਰੋਮਾਂਟਿਕ ਇੰਸਪੀਰੇਸ਼ਨ ਦਾ, ਪ੍ਰੇਰਣਾ ਦਾ ਕੋਈ ਸਕੋਪ ਨਹੀਂ। ਉਹ ਸਿਰਫ ਔਰ ਸਿਰਫ ਮਿਹਨਤ ਹੈ, ਜਿਸ ਨੂੰ ਅਸੀਂ ਸਪੌਂਟੇਨੀਟੀ ਕਹਿੰਦੇ ਹਾਂ। ਸਪੌਂਟੇਨੀਟੀ ਦਰਅਸਲ ਇੱਕ ਕਾਰੀਗਰ ਦੀ, ਇੱਕ ਕੁਸ਼ਲ ਕਾਰੀਗਰ ਦੀ, ਕਰਾਫਟਸਮੈਨ ਦੀ ਆਰਟਿਸਟਿਕ ਸਪੌਂਟੇਨੀਟੀ ਹੈ ਕਿ ਉਸਨੇ ਸਾਧਨਾ ਇੰਨੀ ਕਰ ਲਈ ਹੈ ਕਿ ਉਹ ਸੁਪਨੇ ਦੇ ਵਿੱਚ ਵੀ ਕਵਿਤਾ ਰਚਦਾ ਹੈ। ਸੋ ਅਨੁਵਾਦ ਵੀ ਮੇਰੇ ਖਿਆਲ 'ਚ ਗਲਤ ਸ਼ਬਦ ਹੈ, ਕਿਉਂਕਿ ਭਾਰਤੀ ਸ਼ਾਸਤਰੀ ਪਰੰਪਰਾ ਦੇ ਵਿੱਚ ਅਨੁਵਾਦ ਤਾਂ ਡਿਬੇਟ ਨੂੰ ਕਿਹਾ ਜਾਂਦਾ ਸੀ ਔਰ ਇਲੈਬੋਰੇਸ਼ਨ ਤੇ ਇਲੂਸੀਡੇਸ਼ਨ ਨੂੰ ਕਿਹਾ ਜਾਂਦਾ ਸੀ। ਸ਼ਾਸਤਰ ਦੇ ਵਾਕਿਆ ਨੂੰ ਪੜ੍ਹਨ ਤੋਂ ਬਾਅਦ ਉਹਦੇ ਬਾਰੇ ਜੋ ਵਿਚਾਰ ਵਟਾਂਦਰਾ ਹੁੰਦਾ ਸੀ ਉਹ ਅਨੁਵਾਦ ਸੀ। ਪਤਾ ਨਹੀਂ ਕਿੱਥੋਂ ਇਹ ਕੀ ਗੜਬੜ ਹੋਈ ਕਿ ਟਰਾਂਸਲੇਸ਼ਨ ਲਈ ਅਨੁਵਾਦ ਸ਼ਬਦ ਬਣ ਗਿਆ ਅਤੇ ਉਹੀ ਤੁਰਿਆ ਰਿਹਾ। ਸੋ ਐਟੀਮੋਲੋਜੀ ਕਿਉਂ ਜ਼ਰੂਰਤ ਹੈ? ਐਟੀਮੋਲੋਜੀ ਜ਼ਰੂਰਤ ਇਸ ਲਈ ਹੈ ਕਿਉਂਕਿ ਅਸੀਂ ਭਾਸ਼ਾ ਦੀ ਗੱਲਬਾਤ ਕਰਨੀ ਹੈ ਨਾ। ਜੇ ਭਾਸ਼ਾ ਦੀ ਗੱਲਬਾਤ ਕਰਨੀ ਹੈ ਤਾਂ ਸ਼ਬਦਾਂ ਦੀ ਗੱਲਬਾਤ ਕਰਾਂਗੇ। ਜੇ ਸ਼ਬਦਾਂ ਦੀ ਗੱਲਬਾਤ ਕਰਾਂਗੇ ਤਾਂ ਸ਼ਬਦਾਂ ਦੇ ਸੁਭਾਅ ਦੀ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ। ਔਰ ਸ਼ਬਦਾਂ ਦਾ ਸੁਭਾਅ, ਜਿਵੇਂ ਮੈਂ ਕਿਹਾ ਨੈਬੋਕੋਵ ਦਾ ਜ਼ਿਕਰ ਕਰਦੇ ਹੋਏ, ਕਿ ਨਾ ਤਾਂ ਕੋਈ ਆਬਜੈਕਟਿਵ ਦੁਨੀਆ ਹੁੰਦੀ ਹੈ, ਨਹੀਂ ਹੁੰਦੀ ਦਾ ਮਤਲਬ ਕੀ ਹੈ ਕਿ ਸਬਜੈਕਟਿਵ ਆਬਜੈਕਟਿਵ ਦੇ ਮੇਲ ਤੋਂ ਬਗੈਰ ਸਾਡੇ ਲਈ ਕੋਈ ਆਬਜੈਕਟਿਵ ਦੁਨੀਆ ਹੋਂਦ ਨਹੀਂ ਰੱਖਦੀ। ਜਿਸ ਤਰ੍ਹਾਂ ਇਹ ਕੰਧ ਹੈ, ਮੇਰੇ ਲਈ ਹੋਰ ਕੰਧ ਹੈ ਅਤੇ ਤੁਹਾਡੇ 'ਚੋਂ ਹਰ ਇੱਕ ਬੰਦੇ ਲਈ ਹੋਰ ਕੰਧ ਹੈ, ਔਰ ਕੱਲ੍ਹ ਨੂੰ ਮੇਰੇ ਲਈ ਹੋਰ ਕੰਧ ਹੋਏਗੀ। ਜਿੰਨੀ ਵਾਰੀ ਮੈਂ ਦੇਖਾਂਗਾ ਇਹ ਬਦਲੇਗੀ, ਮੈਨੂੰ ਇਹ ਪਤਾ ਲੱਗੇ ਨਾ ਲੱਗੇ। ਸੋ ਸਬਜੈਕਟਿਵ ਅਤੇ ਆਬਜੈਕਟਿਵ ਦਾ ਪੂਰੀ ਤਰ੍ਹਾਂ ਨਿਖੇੜਾ ਕਰਨਾ ਇੱਕ ਮਿਥ ਹੈ। ਠੀਕ ਉਸੇ ਤਰ੍ਹਾਂ ਸ਼ਬਦ ਕੋਈ ਆਬਜੈਕਟਿਵ ਹੁੰਦੇ, ਜਿਸ ਤਰ੍ਹਾਂ ਜਦੋਂ ਮੈਂ ਮੌਜੀ ਪਰਿੰਦੇ ਟਾਈਟਲ ਬਣਾਇਆ ਉਸ ਕਵਿਤਾ ਦੀ ਕਿਤਾਬ ਦਾ, ਟੈਗੋਰ ਦੀ ਸਟ੍ਰੇ ਬਰਡਸ ਦਾ, ਅਤੇ ਹਰਪਾਲ ਪੰਨੂ ਨੂੰ ਇਹ ਬੜਾ ਅਜੀਬ ਲੱਗਾ ਕਿ ਆਵਾਰਾ ਪੰਛੀ ਹੁੰਦੇ। ਮੈਨੂੰ ਲੱਗਿਆ ਵੀ ਟੈਗੋਰ ਦੀ ਉਸ ਕਵਿਤਾ ਨੂੰ ਆਵਾਰਾ ਪੰਛੀ ਕਿਹਾ ਜਾਓ, ਵੈਸੇ ਪੰਛੀ ਆਵਾਰਾ ਹੁੰਦੇ? ਪੰਛੀ ਤਾਂ ਕੰਟੀਨੈਂਟਸ ਟਰੈਵਲ ਕਰਦੇ, ਇਲੈਕਟ੍ਰੋਮੈਗਨੈਟਿਕ ਰੇਜ਼ ਫੋਲੋ ਕਰਦੇ ਹੋ, ਜਿਹੜੀ ਤੁਹਾਨੂੰ ਮੈਨੂੰ ਨਹੀਂ ਦਿਸਦੀਆਂ। ਸਿੱਧੇ ਮੈਪਸ ਹੁੰਦੇ ਉਹਨਾਂ ਕੋਲ, ਉਹ ਈਜਿਪਟ ਤੋਂ ਚੱਲ ਕੇ ਵਾਸ਼ਿੰਗਟਨ ਪਹੁੰਚਦੇ, ਸਿੱਧੀ ਲਾਈਨ 'ਚ ਜਾਂਦੇ, ਖੱਬੇ ਸੱਜੇ ਹੁੰਦੇ ਹੀ ਨਹੀਂ। ਔਰ ਵੈਸੇ ਸਾਧੂ ਦਾ ਮਤਲਬ ਹੁੰਦਾ ਜਿਹੜਾ ਸਿੱਧਾ ਜਾਂਦਾ ਹੈ, ਜਿਹੜਾ ਤੀਰ ਦੀ ਤਰ੍ਹਾਂ ਸਿੱਧਾ ਜਾਂਦਾ ਹੈ। ਸਾਧਨਾ ਆਪਣੇ ਆਪ ਨੂੰ ਤੀਰ ਦੀ ਤਰ੍ਹਾਂ ਸਿੱਧੇ ਕਰਨ ਵਾਲੀ ਹੈ। ਅਤੇ ਅਰਸਤੂ ਦਾ ਇਹ ਕਹਿਣਾ ਕਿ ਟ੍ਰੈਜਿਕ ਫਲੋ, ਜਿਸ ਨੂੰ ਅਸੀਂ ਕਹਿ ਦਿੰਦੇ ਹਾਂ, ਹਮਾਰਸ਼ੀਆ, ਇੱਕ ਲੈਪਸ ਹੈ, ਉਹ ਤੀਰ ਦੀ ਟੇਢ ਹੈ ਕਿ ਤੀਰ ਭੇਜਿਆ ਕਿਤੇ ਸੀ, ਲੱਗਿਆ ਕਿਤੇ ਹੋਰ। ਕਿਉਂ? ਕਿਉਂਕਿ ਟ੍ਰੈਜਿਕ ਹੀਰੋ ਦੀ ਸਾਧਨਾ 'ਚ ਕਮੀ ਰਹਿ ਗਈ ਸੀ।
ਜੇ ਉਹਦੇ ਸਾਧਨਾਂ 'ਚ ਕਮੀ ਨਾ ਹੁੰਦੀ ਤਾਂ ਟ੍ਰੈਜਡੀ ਨਾ ਹੁੰਦੀ। ਇਸ ਲਈ ਟ੍ਰੈਜਿਕ ਹੀਰੋ ਹੈ ਕਿਉਂਕਿ ਉਹ ਮਨੁੱਖਤਾ ਨੂੰ ਪਾਰ ਕਰਨ ਦੀ ਸਮਰੱਥਾ ਤੋਂ ਵੰਚਿਤ ਰਹਿ ਜਾਂਦਾ ਹੈ। ਜੇ ਕਰ ਜਾਂਦਾ ਤਾਂ ਉਹ ਟ੍ਰੈਜਿਕ ਹੀਰੋ ਨਾ ਹੁੰਦਾ, ਫਿਰ ਉਹ ਰਿਸ਼ੀ ਹੁੰਦਾ। ਇਹ ਬਹੁਤ ਖੂਬਸੂਰਤ ਗੱਲ ਹੈ ਕਿ ਸੇਧ, ਸਾਧਨਾ, ਸਾਧੂ ਔਰ ਗ੍ਰੀਕ ਦੇ ਵਿੱਚ ਵਰਡ ਹੈ, ਮੈਨੂੰ ਹੁਣ ਉਸ ਵੇਲੇ ਯਾਦ ਨਹੀਂ ਹੈ, ਕੁਮਾਰਾ ਸਵਾਮੀ ਨੇ ਉਹਦਾ ਜ਼ਿਕਰ ਕੀਤਾ ਹੈ। ਉਸ ਦਾ ਅਰਥ ਵੀ ਇਹੀ ਹੈ ਜਿਹੜਾ ਪੰਜਾਬੀ ਦੇ ਵਿੱਚ ਵੀ ਹੈ, ਹਿੰਦੀ ਦੇ ਵਿੱਚ ਵੀ ਹੈ, ਸੰਸਕ੍ਰਿਤ ਵਿੱਚ ਵੀ ਹੈ, ਗ੍ਰੀਕ ਵਿੱਚ ਵੀ ਹੈ। ਜੋ ਸਿੱਧਾ ਜਾਂਦਾ ਹੈ ਉਹ ਸਾਧੂ ਹੈ, ਔਰ ਇਸ ਲਈ ਤੀਰ ਵੀ ਸਾਧੂ ਹੈ। ਔਰ ਬਾਰ-ਬਾਰ ਕਲਾਕਾਰ ਇਹ ਜ਼ਿਕਰ ਕਰਦੇ ਹੈ ਕਿ ਸਾਧਨਾ ਆਪਣੇ ਆਪ ਨੂੰ ਤੀਰ ਦੀ ਤਰ੍ਹਾਂ ਸਿੱਧੇ ਕਰਨ ਦੀ। ਔਰ ਇੱਥੇ ਤੱਕ ਕਿ ਜ਼ੈਨ ਮੌਂਗ ਜਦੋਂ ਆਪਣੇ ਵਿਦਿਆਰਥੀਆਂ ਨੂੰ ਟ੍ਰੇਨ ਕਰਦੇ ਹੈ ਤਾਂ ਉਹਨਾਂ ਨੂੰ ਤੀਰ ਬਣਾਉਣ ਦੀ ਵੀ ਸਿੱਖਿਆ ਦਿੰਦੇ ਹੈ, ਕਿਉਂਕਿ ਤੀਰ ਨੂੰ ਬਣਾਉਣ ਦੇ ਲਈ ਜਿਹੜਾ ਧਿਆਨ ਚਾਹੀਦਾ ਹੈ, ਅਗਰ ਉਹ ਨਹੀਂ ਹੈ ਤਾਂ ਤੁਸੀਂ ਆਪਣੇ ਆਪ ਨੂੰ ਤੀਰ ਦੀ ਤਰ੍ਹਾਂ ਸਿੱਧਾ ਨਹੀਂ ਕਰ ਪਾਓਗੇ। ਸੋ ਐਟੀਮੋਲੋਜੀ ਇੰਨੀ ਜ਼ਿਆਦਾ ਮਹੱਤਵਪੂਰਨ ਹੈ। ਗੂਗਲ ਦੇ ਨਾਲ ਕਦੀ ਵੀ ਅਨੁਵਾਦ ਜਾਂ ਅਨੁਕਾਰ ਨਹੀਂ ਹੋ ਸਕਦਾ, ਡਿਕਸ਼ਨਰੀਜ਼ ਦੇ ਨਾਲ ਨਹੀਂ ਹੋ ਸਕਦਾ। ਡਿਕਸ਼ਨਰੀਜ਼ ਥੋੜ੍ਹੀ ਦੂਰ ਤੱਕ ਨਾਲ ਚੱਲ ਸਕਦੀਆਂ, ਉਸ ਤੋਂ ਅੱਗੇ ਨਹੀਂ। ਦੂਸਰੀ, ਸਿਰਫ ਇੱਕ ਜਾਂ ਦੋ ਭਾਸ਼ਾਵਾਂ 'ਚ ਰਹਿ ਕੇ ਨਹੀਂ ਹੁੰਦਾ, ਜਿੰਨੀਆਂ ਵੱਧ ਭਾਸ਼ਾਵਾਂ ਨਾਲ ਤੁਸੀਂ ਇੰਗੇਜ ਕਰ ਸਕਦੇ ਹੋ। ਔਰ ਤੀਸਰੇ, ਭਾਸ਼ਾ ਦੇ ਨਿਯਮਾਂ 'ਚ ਰਹਿ ਕੇ ਨਹੀਂ ਹੋ ਸਕਦਾ, ਕਿਉਂਕਿ ਦੋ ਭਾਸ਼ਾਵਾਂ ਦਾ ਮਿਲਣ ਹੈ। ਇਸ ਕਰਕੇ ਸਾਨੂੰ ਭਾਸ਼ਾ ਦੇ ਨਿਯਮ, ਗ੍ਰਾਮਰ, ਵੋਕੈਬਲਰੀ ਨੂੰ ਵੀ ਤਿਆਗਣਾ ਪੈਂਦਾ ਹੈ, ਔਰ ਬਿਲਕੁਲ ਸਾਨੂੰ ਬੇਸ਼ਰਮ ਹੋ ਕੇ ਤਿਆਗਣਾ ਚਾਹੀਦਾ ਹੈ, ਕਿਉਂਕਿ ਅਗਰ ਅਸੀਂ ਮਨੁੱਖ ਹਾਂ ਤਾਂ ਅਸੀਂ ਭਾਸ਼ਾ ਦੇ ਵੀ ਗੁਲਾਮ ਨਹੀਂ। ਅਸੀਂ ਭਾਸ਼ਾ ਦੇ ਨਾਲ ਬਰਾਬਰ ਹੋ ਕੇ ਲੜਨਾ ਹੈ ਔਰ ਭਾਸ਼ਾ ਨੂੰ ਇੱਕ ਨਵੀਂ ਸ਼ਕਲ ਵੀ ਦੇਣੀ ਹੈ। ਇਸੇ ਕਰਕੇ ਉਹ ਇੱਕ ਰਹੱਸ ਹੈ ਜਿਹਦੇ ਬਾਰੇ ਮੇਰਾ ਖਿਆਲ ਮੈਂਡਲਸਟਾਮ ਨੇ ਗੱਲ ਕੀਤੀ ਹੈ ਕਿ ਰਸ਼ੀਅਨ ਲਿਟਰੇਚਰ ਇੰਨਾ ਖੂਬਸੂਰਤ ਕਿਉਂ ਹੈ, ਦੁਨੀਆ ਦਾ ਹੋਰ ਲਿਟਰੇਚਰ ਇੰਨਾ ਖੂਬਸੂਰਤ ਕਿਉਂ ਨਹੀਂ ਹੋਇਆ। ਤੇ ਮੈਂਡਲਸਟਾਮ ਕਹਿੰਦਾ ਹੈ ਕਿ ਉਹ ਇਹ ਕਾਰਨ ਸੀ ਕਿ ਲਾਤੀਨੀ ਭਾਸ਼ਾ ਟਰੈਵਲ ਕਰਕੇ ਯੂਰਪ ਦੀਆਂ ਬਾਕੀ ਭਾਸ਼ਾਵਾਂ ਚਲੀ ਗਈ, ਉਹਨਾਂ ਤੇ ਛਾ ਗਈ। ਯੂਨਾਨੀ ਭਾਸ਼ਾ ਸਿਰਫ ਤੇ ਸਿਰਫ ਰਸ਼ੀਅਨ ਵਿੱਚ ਗਈ, ਹੈਲੇਨਿਕ ਕਲਚਰ ਰਸ਼ੀਅਨ 'ਚ ਰਹਿ ਗਈ, ਔਰ ਰਸ਼ੀਅਨ ਭਾਸ਼ਾ ਦੀਆਂ ਕੋਈ ਦੀਵਾਰਾਂ ਨਹੀਂ। ਸੋ ਜਿਹੜੇ ਪੰਜਾਬੀ ਦੀ ਭਾਸ਼ਾ ਦੀ ਗੱਲ ਕਰਦੇ, ਇਹ ਕਹਿੰਦੇ ਇਹਨਾਂ ਤੇ ਕੰਧਾਂ ਖੜੀਆਂ ਕਰ ਦਿਓ, ਕੋਈ ਹੋਰ ਭਾਸ਼ਾ ਨੇੜੇ ਉਹਨਾਂ ਲੰਘ ਜਾਏ, ਉਹ ਪੰਜਾਬੀ ਦੇ ਸਭ ਤੋਂ ਵੱਡੇ ਦੁਸ਼ਮਣ ਹੈ। ਪੁਸ਼ਕਿਨ ਨੇ ਸਿਰਫ ਆਪਣੀ ਜ਼ਿੰਦਗੀ ਜੋ 36-37 ਸਾਲ ਦਾ ਮਰ ਵੀ ਗਿਆ ਸੀ, ਐਸੀ ਰਸ਼ੀਅਨ ਭਾਸ਼ਾ ਪੈਦਾ ਕਰ ਦਿੱਤੀ ਕਿ ਉਸ ਦੇ ਵਿੱਚੋਂ ਅਗਲੇ 60 ਸਾਲ 'ਚ ਦੁਨੀਆ ਦਾ ਬਿਹਤਰੀਨ ਸਾਹਿਤ ਪੈਦਾ ਹੋਇਆ। ਔਰ ਉਹਦਾ ਕਾਰਨ ਉਹੀ ਸੀ ਜੋ ਸ਼ੇਕਸਪੀਅਰ ਦੇ ਸਾਹਿਤ ਦਾ ਕਾਰਨ ਸੀ। ਦੋਨੋਂ ਝੜਕਈਆਂ ਕੋਲ ਬਹਿੰਦੇ ਸੀ, ਮਜ਼ਦੂਰਾਂ ਕੋਲ ਰਹਿੰਦੇ ਸੀ, ਖੇਤਾਂ 'ਚ ਤੁਰਦੇ ਫਿਰਦੇ ਸੀ, ਦੁਕਾਨਦਾਰਾਂ ਕੋਲ ਬਹਿੰਦੇ ਸੀ, ਚੋਰਾਂ ਨਾਲ ਸਾਥ ਰੱਖਦੇ ਸੀ, ਰਾਜਿਆਂ ਕੋਲ ਘੁੰਮਦੇ ਫਿਰਦੇ ਸੀ ਕਿ ਆਮ ਆਦਮੀ ਭਾਸ਼ਾ ਨੂੰ ਕਿੱਦਾਂ ਜਿਉਂਦਾ ਹੈ। ਕਿਉਂਕਿ ਆਮ ਆਦਮੀ ਗੱਲ ਕਰਦੇ ਹੋਏ ਜੇਬ ਦੇ ਵਿੱਚੋਂ ਮਿਨੀ ਡਿਕਸ਼ਨਰੀ ਕੱਢ ਕੇ ਨਹੀਂ ਪੜ੍ਹਦਾ ਕਿ ਹੁਣ ਮੈਂ ਕੀ ਕਹਿਣਾ ਹੈ, ਉਹ ਗੱਲ ਕਹਿ ਦਿੰਦਾ। ਸਾਹਿਤਕਾਰ ਵੀ ਭਾਸ਼ਾ ਇੱਦਾਂ ਸਿਰਜਦਾ। ਇਹਨਾਂ ਸਾਰੀਆਂ ਗੱਲਾਂ ਦਾ ਮਹੱਤਵ ਬਾਲ ਸਾਹਿਤ ਲਈ ਕੀ ਹੈ, ਤੁਸੀਂ ਹੌਲੀ ਹੌਲੀ ਹੁਣ ਸਮਝ ਆਓਗੇ। ਇਹਦੇ ਬਾਰੇ ਅਸੀਂ ਹੋਰ ਗੱਲ ਕਰਾਂਗੇ। ਸੋ ਜਦੋਂ ਅਸੀਂ ਟ੍ਰਾਂਸਲੇਸ਼ਨ ਕਰਦੇ ਹਾਂ ਤਾਂ 3-4 ਪੈਰਾਮੀਟਰ ਰੱਖਣੇ ਜ਼ਰੂਰੀ ਹੁੰਦੇ ਆ। ਇੱਕ ਹੈ ਕਿ ਅਸੀਂ ਟ੍ਰਾਂਸਲੇਸ਼ਨ ਕਿਹਦੇ ਲਈ ਕਰਦੇ ਹਾਂ। ਜਿਸ ਤਰ੍ਹਾਂ ਇੱਥੇ ਅਸੀਂ ਬੱਚੇ ਲਈ ਕਰਦੇ ਹਾਂ, ਫਿਰ ਅਸੀਂ ਦੇਖਾਂਗੇ ਕਿੰਨੀ ਕੁ ਉਮਰ ਦੇ ਬੱਚੇ ਲਈ ਕਰਦੇ ਹਾਂ। ਦੂਸਰੇ, ਕਰਨ ਵਾਲਾ ਕੌਣ ਹੈ, ਅਨੁਵਾਦ ਕਰਨ ਵਾਲਾ ਕੌਣ ਹੈ, ਟ੍ਰਾਂਸਲੇਸ਼ਨ ਕਰਨ ਵਾਲਾ ਕੌਣ ਹੈ। ਤੀਸਰੇ, ਕਦੋਂ ਕਰ ਰਹੇ ਹਾਂ। ਕਦੋਂ ਬਹੁਤ ਮਹੱਤਵਪੂਰਨ ਹੈ, ਕਿਉਂਕਿ ਅਗਰ ਅਸੀਂ ਬੁੱਲੇ ਸ਼ਾਹ ਨੂੰ ਅੱਜ ਅੰਗਰੇਜ਼ੀ 'ਚ ਜਾਂ ਫ੍ਰੈਂਚ ਵਿੱਚ ਕਰਨਾ ਹੈ ਤਾਂ ਅਸੀਂ ਉਹਨੂੰ ਉਸ ਤਰ੍ਹਾਂ ਉਲੱਥ ਨਹੀਂ ਸਕਦੇ। ਦੂਸਰੀ ਭਾਸ਼ਾਵਾਂ ਦੀਆਂ ਸੰਭਾਵਨਾਵਾਂ ਦੇ ਵਿੱਚ ਬੁੱਲੇ ਸ਼ਾਹ ਦੀਆਂ ਆਪਣੀਆਂ ਸੰਭਾਵਨਾਵਾਂ ਨੂੰ ਖੋਲ੍ਹਣਾ ਤੇ ਨਵਿਆਉਣਾ ਕਿੱਦਾਂ ਹੈ, ਇਹ ਸਾਡਾ ਉਦੇਸ਼ ਹੋਣਾ ਚਾਹੀਦਾ ਹੈ। ਕਿਉਂਕਿ ਸਮਾਂ ਸਾਨੂੰ ਗਰੀਬ ਨਾ ਕਰੇ। ਅਸੀਂ ਸਮੇਂ ਤੋਂ ਮੁਨਕਰ ਹੋ ਕੇ ਉੱਥੇ ਖੜੇ ਹੋ ਕੇ ਕਵਿਤਾ ਨਾ ਪੜ੍ਹੀਏ, ਕਹਾਣੀ ਨਾ ਪੜ੍ਹੀਏ। ਅਸੀਂ ਸਮੇਂ ਦੇ ਨਾਲ ਕਵਿਤਾ ਨੂੰ ਅੱਗੇ ਤੋਰ ਕੇ ਫਿਰ ਦੇਖਿਓ ਕਵਿਤਾ ਹੁਣ ਕੀ ਕਹਿੰਦੀ ਹੈ। ਸੋ ਕਿੱਥੇ ਕੀ ਕਹਿੰਦੀ ਹੈ, ਕਿਸਨੇ ਕਹੀ ਸੀ, ਕਿਹਨੂੰ ਕਹਿੰਦੀ ਹੈ, ਮੈਂ ਕੌਣ ਹਾਂ, ਇਹ ਸਾਰੇ ਸਵਾਲ ਅਨੁਵਾਦ ਵਿੱਚ ਆਉਣੇ ਚਾਹੀਦੇ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਟ੍ਰਾਂਸਲੇਸ਼ਨ ਕਰਦੇ ਕਿਉਂ ਆ। ਇੱਕ ਬਹੁਤ ਵੱਡੀ ਭ੍ਰਾਂਤੀ ਹੈ ਕਿ ਟ੍ਰਾਂਸਲੇਸ਼ਨ ਹੁੰਦੀ ਹੈ ਵੀ ਉਹਦੇ ਵਿੱਚ ਜੋ ਪਿਆ ਇਹ ਦਿਖਾਣਾ ਹੈ।
ਵੈਸੇ ਤੁਸੀਂ ਮੈਨੂੰ ਬਰਫੀ ਦੀ ਟ੍ਰਾਂਸਲੇਸ਼ਨ ਕਰਕੇ ਦਿਖਾ ਦਿਓ। ਮੈਨੂੰ ਯਾਦ ਹੈ ਕਿ ਜਦੋਂ ਮੈਂ ਨਵਾਂ ਪੜ੍ਹਾਉਣ ਲੱਗਾ ਤਾਂ ਸ਼ਿਵ ਸੈਨਾ ਦਾ ਕੋਈ ਲੀਡਰ ਬਣਿਆ ਸੀਗਾ, 2-2 ਟਕੇ ਦੇ ਲੀਡਰ ਹੁੰਦੇ ਸੀ ਉਹਨਾਂ ਦਿਨਾਂ 'ਚ। ਉਹ ਜਾ ਕੇ ਪ੍ਰਿੰਸੀਪਲ ਨੂੰ ਕਹਿੰਦਾ ਜੀ ਇਹ ਅੰਗਰੇਜ਼ੀ 'ਚ ਪੜ੍ਹਾਉਂਦੇ। ਪ੍ਰਿੰਸੀਪਲ ਵੀ ਉੱਦਾਂ ਦਾ ਮੈਨੂੰ ਕਹਿੰਦਾ ਜੀ ਕਿ ਤੁਸੀਂ ਅੰਗਰੇਜ਼ੀ 'ਚ ਕਿਉਂ ਪੜ੍ਹਾਉਂਦੇ? ਮੈਂ ਕਿਹਾ ਜੀ ਮੈਂ ਅੰਗਰੇਜ਼ੀ ਪੜ੍ਹਾਉਂਦਾ, ਤੁਸੀਂ ਮੈਂ ਕਿਹਾ ਕੈਮਿਸਟਰੀ ਦੇ ਪ੍ਰੋਫੈਸਰ ਹੋ ਨਾ, ਤੁਸੀਂ ਕੱਲ੍ਹ ਗਿਟਾਰ ਲੈ ਕੇ ਕਲਾਸ 'ਚ ਜਾਈਓ, ਗਿਟਾਰ ਨਾਲ ਕੈਮਿਸਟਰੀ ਪੜ੍ਹਾ ਰਹੀ ਹੋ। ਨਹੀਂ ਪੰਜਾਬੀ 'ਚ ਪੜ੍ਹਾ। ਮੈਂ ਕਿਹਾ ਸੌਰੀ, ਤੁਸੀਂ ਸਾਰੀਆਂ ਇਕੁਏਸ਼ਨਸ ਆਪਣੀਆਂ ਸਾਰੇ ਦੇ ਸਾਰੇ ਨਿਊਮੈਰੀਕਲ ਵਗੈਰਾ ਪੰਜਾਬੀ 'ਚ ਕਰ ਲੈਂਦੇ ਹੋ। ਉੱਥੇ ਮੁੜ ਗਈ ਜਾਂਦੀ A+B, ਫਿਰ ਕੀ ਕਰਦੇ ਹੋ? ਫਿਰ ਐੜਾ ਜਮਾ ਊੜਾ ਕਰਕੇ ਦੇਖਿਆ ਕਰੋ ਜਰਾ ਕਿ A+B ਸਮਝ ਆਉਂਦਾ ਕਿ ਉਹ ਸਮਝ ਆਉਂਦਾ। ਇਹ ਸਾਰੀ ਸਮੱਸਿਆ ਫਿਰ ਉੱਥੋਂ ਹੀ ਆਉਂਦੀ ਕਿ ਅਸੀਂ ਮੰਨ ਕੇ ਚੱਲਦੇ ਹਾਂ ਕਿ ਸ਼ਬਦਾਂ ਦੀ ਇੱਕ ਆਬਜੈਕਟਿਵ ਰਿਐਲਿਟੀ ਹੈ ਔਰ ਦੁਨੀਆ ਦੀ ਇੱਕ ਆਬਜੈਕਟਿਵ ਰਿਐਲਿਟੀ ਹੈ, ਔਰ ਦੋਨਾਂ 'ਚ ਕੋਰਸਪੋਂਡੈਂਸ ਉਹ ਨਹੀਂ ਹੈ। ਸ਼ਬਦ ਹਮੇਸ਼ਾ ਫਲੂਇਡ ਹੁੰਦੇ, ਔਰ ਫਲੂਇਡ ਸੱਚਮੁੱਚ ਹੁੰਦੇ, ਇੱਦਾਂ ਨਹੀਂ ਹੁੰਦੇ ਕਿ ਉਹ ਨਰਮ ਹੁੰਦੇ ਕਿ ਜਿੱਧਰ ਮਰਜ਼ੀ ਮੋੜ ਲਓ, ਤੁਸੀਂ ਫੜ ਕੇ ਦੇਖੋ ਉਂਗਲੀਆਂ 'ਚੋਂ ਨਿਕਲ ਜਾਂਦੇ। ਔਰ ਸਾਹਿਤ ਤਾਂ ਕਰਦਾ ਹੀ ਹੈ, ਸ਼ਬਦਾਂ ਦੀਆਂ ਬਾਉਂਡਰੀਜ਼ ਨੂੰ ਪਿਘਲਾਉਣ ਦਾ ਕੰਮ ਕਰਦਾ ਤਾਂ ਕਿ ਨਵੇਂ ਦੇ ਸਹੱਦੇ ਬਣ ਸਕਣ, ਨਵੀਂ ਦੁਨੀਆ ਸਿਰਜੀ ਜਾ ਸਕੇ। ਪੁਰਾਣੀਆਂ ਇੱਟਾਂ ਨਾਲ ਜਿੰਨੇ ਮਰਜ਼ੀ ਘਰ ਬਣਾ ਲਓ, ਨਵੇਂ ਨਹੀਂ ਬਣ ਸਕਦੇ। ਪੁਰਾਣੇ ਫਰਨੀਚਰ ਨਾਲ ਨਵੇਂ ਡਰਾਇੰਗ ਰੂਮ ਨਹੀਂ ਸਜਦੇ, ਤਾਂ ਪੁਰਾਣੇ ਸ਼ਬਦਾਂ ਨਾਲ ਨਵੀਂ ਟ੍ਰਾਂਸਲੇਸ਼ਨ ਕਿੱਦਾਂ ਹੋ ਸਕਦੀ ਹੈ? ਸੋ ਟ੍ਰਾਂਸਲੇਸ਼ਨ ਸਾਨੂੰ ਉਹ ਚੁਣੌਤੀ ਦਿੰਦੀ ਹੈ ਜਿਹੜੀ ਲੇਖਕ ਦੀ ਚੁਣੌਤੀ ਹੈ। ਇਸ ਲਈ ਬਿਨਾਂ ਲਿਖਣ ਦਾ ਅਭਿਆਸ ਕੀਤੇ ਟ੍ਰਾਂਸਲੇਸ਼ਨ ਦਾ ਅਭਿਆਸ ਨਾਮੁਮਕਿਨ ਹੈ। ਇਹ ਮਕੈਨੀਕਲ ਕੰਮ ਨਹੀਂ ਹੈ ਕਿ ਇੱਕ ਵਾਕ ਪੜ੍ਹਿਆ ਤੇ ਉਹਦੀ ਟ੍ਰਾਂਸਲੇਸ਼ਨ ਕਰ ਲਈ। ਸੋ ਬੱਚਿਆਂ ਦੇ ਲਈ ਜਦੋਂ ਅਸੀਂ ਟ੍ਰਾਂਸਲੇਸ਼ਨ ਕਰਦੇ ਹਾਂ ਤਾਂ ਉਹਦਾ ਪਰਪਸ ਕੀ ਹੈ? ਕਿਸੇ ਵੇਲੇ ਗੈਟੇ ਨੇ ਟ੍ਰਾਂਸਲੇਸ਼ਨ ਦੀ ਗੱਲ ਕੀਤੀ, ਇਸ ਦਾ ਜ਼ਿਕਰ ਹੋਇਆ ਸੀ ਕਿ ਇੱਕ ਟ੍ਰਾਂਸਲੇਸ਼ਨ ਹੁੰਦੀ ਹੈ ਜਿਸ ਤਰ੍ਹਾਂ ਕਲੋਨੀਅਲ ਮਾਸਟਰਸ ਹਿੰਦੁਸਤਾਨ ਆਏ, ਉਹਨਾਂ ਨੇ ਟ੍ਰਾਂਸਲੇਸ਼ਨ ਕੀਤੀ। ਇੱਕ ਕਾਰਨ ਇਹ ਸੀ ਕਿ ਉਹ ਆਪਣੀ ਭਾਸ਼ਾ 'ਚ ਸਾਡੀ ਜ਼ਿੰਦਗੀ ਨੂੰ, ਸਾਡੇ ਸੱਭਿਆਚਾਰ ਨੂੰ, ਸਾਡੇ ਵਨਸਪਤੀ ਨੂੰ ਸਮਝਣਾ ਚਾਹੁੰਦੇ ਸੀ। ਦੂਸਰਾ ਸੀ ਉਹਨਾਂ ਨੂੰ ਸਮਝਾਉਣਾ ਚਾਹੁੰਦੇ ਸੀ ਜਿਹੜੇ ਇੱਥੇ ਘਰ ਬੈਠੇ ਹੋਏ ਸੀ। ਪਰ ਜਦੋਂ ਤੁਸੀਂ ਬੱਚਿਆਂ ਦੇ ਸਾਹਿਤ ਦਾ ਅਨੁਵਾਦ ਕਰਦੇ ਹੋ ਤਾਂ ਤੁਸੀਂ ਕੀ ਇਨਫੋਰਮੇਸ਼ਨ ਦੇਣੀ ਬੱਚੇ ਨੂੰ? 3 ਸਾਲ ਦੇ ਬੱਚੇ ਨੂੰ ਤੁਸੀਂ ਇਨਫੋਰਮੇਸ਼ਨ ਦਿਓਗੇ, ਡਾਟਾ ਦਿਓਗੇ? ਇਹ ਸਮੱਸਿਆ ਤਾਂ ਆਉਂਦੀ ਹੈ ਕਿ ਅਸੀਂ ਬੱਚੇ ਦੀ ਥਾਂ ਤੇ ਬੈਠ ਕੇ ਕਹਾਣੀ ਪੜ੍ਹਨਾ ਕਿਵੇਂ ਅਸੀਂ ਕਰਦੇ ਸੀ ਭੁੱਲ ਜਾਂਦੇ। ਬੱਚੇ ਦੇ ਤੌਰ ਤੇ ਅਸੀਂ ਕਿੱਦਾਂ ਪੜ੍ਹਦੇ ਸੀ, ਅਗਰ ਅਸੀਂ ਕੋਸ਼ਿਸ਼ ਕਰੀਏ ਤਾਂ ਕੁਛ ਤਾਂ ਯਾਦ ਕਰ ਲਾਂਗੇ। ਸਾਰਾ ਤਾਂ ਮੈਨੂੰ ਵੀ ਯਾਦ ਨਹੀਂ ਆਉਂਦਾ, ਕਿਉਂਕਿ ਉਹ ਇੱਕ ਐਸਾ ਲਾਸ ਹੈ, ਐਸੀਆਂ ਚੀਜ਼ਾਂ ਗੁੰਮ ਹੋ ਜਾਂਦੀਆਂ ਬਚਪਨ ਦੇ ਵੀ ਜਾਂਦੇ ਨਾਲ ਕਿ ਬਹੁਤ ਕੁਝ ਵਾਪਸ ਮਿਲਦਾ ਨਹੀਂ। ਲੇਕਿਨ ਬਹੁਤ ਹੱਦ ਤੱਕ ਇਮੈਜੀਨੇਸ਼ਨ ਮਦਦ ਕਰਦੀ ਹੈ, ਪਰ ਸਭ ਤੋਂ ਵੱਧ ਮਦਦ ਉਹੀ ਤਰੀਕਾ ਕਰਦਾ ਹੈ ਜਿਹੜਾ ਪੁਸ਼ਕਿਨ ਤੇ ਸ਼ੇਕਸਪੀਅਰ ਦਾ ਤਰੀਕਾ ਸੀ। ਬੱਚਿਆਂ ਨਾਲ ਗੱਲਬਾਤ ਕਰਨਾ, ਬੱਚੇ ਨੂੰ ਕਹਿਣਾ ਕਹਾਣੀ ਸੁਣਾ, ਬੱਚੇ ਨੂੰ ਕਹਾਣੀ ਦਾ ਆਈਡੀਆ ਦੇਣਾ ਤੇ ਦੇਖਣਾ ਉਹ ਕਹਾਣੀ ਬਣਾਉਂਦਾ ਕਿੱਦਾਂ। ਜਿਸ ਤਰ੍ਹਾਂ ਬੱਚਾ ਚਾਕਲੇਟ ਵੀ ਖਾਂਦਾ ਤਾਂ ਐਡੀ ਵੱਡੀ ਚਾਕਲੇਟ ਖਾਂਦਾ ਹੈ। ਇਸ ਤਰ੍ਹਾਂ ਦੀ ਲੈਂਗੁਏਜ, ਔਰ ਇਕੱਲੀ ਲੈਂਗੁਏਜ ਹੀ ਨਹੀਂ, ਸ਼ਾਸਤਰ ਦੇ ਵਿੱਚ ਇਹਨੂੰ ਕਾਕੂ ਕਿਹਾ ਗਿਆ ਹੈ, ਕਾਕੂ ਸ਼ਾਸਤਰ, ਕਿ ਸਾਹਿਤ ਦਾ ਵਿਦਵਾਨ, ਕਵੀ, ਕਲਾਕਾਰ ਸਭ ਤੋਂ ਵੱਧ ਸਾਧਨਾ ਕਰਦਾ ਹੈ ਸ਼ਬਦ ਦੇ ਉਚਾਰਨ ਦੀ, ਸ਼ਬਦਾਂ ਦੇ ਬੋਲਣ ਦੀ। ਫਲੋਬੇਰ ਵੀ ਇਹ ਕਰਦਾ ਹੁੰਦਾ ਸੀ ਕਿ ਮੇਰੇ ਕੰਨ ਨੂੰ ਜੇ ਗੱਲ ਠੀਕ ਲੱਗਦੀ ਹੈ ਤਾਂ ਗੱਲ ਠੀਕ ਹੈ, ਜੇ ਕੰਨ ਨਹੀਂ ਮੰਨਦੇ ਤਾਂ ਫਿਰ ਦਿਲ ਦਿਮਾਗ ਜੋ ਮਰਜ਼ੀ ਕਹਿੰਦਾ ਰਹੇ ਉਹ ਸਹੀ ਨਹੀਂ। ਫਾਈਨਲ ਟੈਸਟ ਇਜ਼ ਲਿਸਨਿੰਗ। ਤੁਸੀਂ ਦੇਖੋਗੇ ਕਿ ਬਹੁਤ ਸਾਰਾ ਸਾਹਿਤ ਇੱਥੇ ਹੀ ਲੜਖੜਾ ਜਾਂਦਾ ਹੈ, ਕੰਨਾਂ ਨੂੰ ਚੰਗਾ ਨਹੀਂ ਲੱਗਦਾ। ਔਰ ਤੁਸੀਂ ਜਦੋਂ ਨਿਆਣੇ ਸੀ ਤਾਂ ਤੁਹਾਨੂੰ ਰੰਗ ਔਰ ਬੱਦਲ ਔਰ ਮੀਂਹ ਔਰ ਆਵਾਜ਼ਾਂ ਕਿੰਨੀਆਂ ਪਿਆਰੀਆਂ ਲੱਗਦੀਆਂ ਸੀ, ਤਾਂ ਕਿੰਨੀਆਂ ਸਾਫ਼ ਹੁੰਦੀਆਂ ਸੀ। ਹੌਲੀ ਹੌਲੀ ਸਾਡੇ 'ਤੇ ਮੈਲ ਜੰਮ ਜਾਂਦੀ ਹੈ, ਸਾਡੇ 'ਤੇ ਜਾਲੇ ਪੈ ਜਾਂਦੇ ਆ, ਸਾਡੇ 'ਤੇ ਜੰਗ ਲੱਗ ਜਾਂਦਾ ਹੈ ਅਤੇ ਅਸੀਂ ਕਹਿਣ ਨੂੰ ਜ਼ਿੰਦਾ ਰਹਿੰਦੇ ਹਾਂ, ਲੇਕਿਨ ਬਹੁਤ ਹੱਦ ਤੱਕ ਤਾਂ ਅਸੀਂ ਮਰ ਗਏ ਹੁੰਦੇ। ਸੋ ਜਿਹਦੇ ਲਈ ਤੁਸੀਂ ਟ੍ਰਾਂਸਲੇਸ਼ਨ ਕਰਨੀ ਹੈ ਉਹ ਬੱਚਾ ਹੈ। ਉਸ ਲਈ ਟ੍ਰਾਂਸਲੇਸ਼ਨ ਤਾਂ ਕਰਨੀ ਹੈ ਕਿ ਟ੍ਰਾਂਸਲੇਸ਼ਨ ਵਾਲੀ ਕਿਤਾਬ ਜਾਂ ਟੈਕਸਟ ਪੜ੍ਹ ਕੇ ਬੱਚੇ ਨੂੰ ਸਵਾਦ ਆਏ। ਇਸ ਲਈ ਨਹੀਂ ਦੇਖਿਆ ਵੀ ਕੀ ਸਿਆਪਾ ਪੈ ਗਿਆ, ਬਾਪੂ ਨੇ ਲਿਆ ਕੇ ਕਿਤਾਬ ਦੇ ਦਿੱਤੀ, ਉਹ ਸਮਝ ਨਹੀਂ ਆਉਂਦੀ ਕੀ। ਇਸ ਤਰ੍ਹਾਂ ਮੈਨੂੰ ਯਾਦ ਹੈ ਇੱਕ ਵਾਰੀ ਮੈਂ ਇੱਕ ਲੇਖ ਦਾ
ਟਾਈਟਲ ਲਿਖਿਆ, ਮਾਂ ਕਹਾਣੀ ਮੁੱਕਦੀ ਕਿੱਥੇ ਹੈ, ਦੱਸ ਕਹਾਣੀ ਮੁੱਕਦੀ ਕਿੱਥੇ ਹੈ। ਮੈਨੂੰ ਇੱਕ ਵਿਦਵਾਨ ਨੇ ਫੋਨ ਕੀਤਾ, ਕਹਿੰਦਾ ਜੀ ਕਹਾਣੀ ਮੁੱਕਦੀ ਕਿੱਥੇ ਹੈ ਹੋਣਾ ਚਾਹੀਦਾ, ਐ ਨਹੀਂ ਹੋਣਾ ਚਾਹੀਦਾ। ਮੈਂ ਕਿਹਾ ਠੀਕ ਹੈ ਜੀ, ਧੰਨਵਾਦ ਬਹੁਤ ਬਹੁਤ, ਮੇਰੇ ਤੋਂ ਗਲਤੀ ਹੋ ਗਈ। ਜਦੋਂ ਮੈਂ ਪਾਮੁਕ ਦੀ ਇੱਕ ਛੋਟੀ ਜਿਹੀ ਕਹਾਣੀ ਦਾ ਬੱਚਿਆਂ ਲਈ ਲਿਖੀ ਸੀ, ਉਹਨੇ ਆਈ ਨਾਟ ਗੋ ਟੂ ਸਕੂਲ ਟ੍ਰਾਂਸਲੇਸ਼ਨ ਕੀਤੀ, ਤਾਂ ਮੈਂ ਉਹ ਲਿਖਿਆ ਕਿ ਮੈਂ ਸਕੂਲੇ ਨਹੀਂ ਜਾਣਾ, ਕਿਉਂਕਿ ਅਸੀਂ ਨੇ ਕਹਿੰਦੇ ਸਕੂਲੇ ਕਹਿੰਦੇ ਹੁੰਦੇ ਸੀ, ਸਕੂਲ ਨਹੀਂ ਸੀ ਕਹਿੰਦੇ, ਉਹ ਸਭੇ ਲੋਕ ਕਹਿੰਦੇ, ਉਹ ਆਪਸ ਸਭੇ ਨਹੀਂ ਸੀ ਹੁੰਦੇ, ਅਸੀਂ ਸਕੂਲੇ ਚੱਲੇ ਆ ਬਸ, ਪਾਠਸ਼ਾਲਾ ਨਹੀਂ ਸੀ ਕਹਿੰਦੇ, ਕਹਿ ਲਓ ਪਾਠਸ਼ਾਲਾ, ਜੇ ਪੰਜਾਬੀ ਦਾ ਬੱਚਾ ਉਹਨੂੰ ਤੁਹਾਡੀ ਕਿਤਾਬ ਨੂੰ ਹੱਥ ਵੀ ਲਾ ਜਾਏ ਤਾਂ। ਸੋ ਜਿਸ ਤਰ੍ਹਾਂ ਬੱਚੇ ਬੋਲਦੇ ਹੈ ਉਹਨਾਂ ਨੂੰ ਸੁਣਨਾ, ਉਹਨਾਂ 'ਚ ਰਹਿਣਾ, ਤੇ ਫਿਰ ਦੇਖਣਾ ਵੀ ਉਹ ਕਹਾਣੀ ਸਿਰਜਦੇ ਕਿੱਦਾਂ, ਇਹ ਕਰਕੇ ਦੇਖਿਓ। ਫਿਰ ਤੁਸੀਂ ਦੇਖੋਗੇ ਕਿ ਤੁਹਾਡੇ ਲਈ ਟ੍ਰਾਂਸਲੇਸ਼ਨ ਦੀਆਂ ਸੰਭਾਵਨਾਵਾਂ ਕਿਹੜੀਆਂ ਖੁੱਲਦੀਆਂ। ਸੋ ਇਹ ਧਿਆਨ 'ਚ ਰੱਖਣਾ ਕਿ ਟ੍ਰਾਂਸਲੇਸ਼ਨ ਬੱਚਿਆਂ ਲਈ ਇਨਫੋਰਮੇਸ਼ਨ ਦਾ ਸਾਧਨ ਨਹੀਂ, ਐਕਸਪਲੇਨੇਸ਼ਨ ਦਾ ਸਾਧਨ ਨਹੀਂ, ਕਿਉਂਕਿ ਬੱਚਿਆਂ ਦੀ ਦੁਨੀਆ 'ਚ ਕੋਈ ਐਕਸਪਲੇਨੇਸ਼ਨ ਦੀ ਲੋੜ ਨਹੀਂ ਹੈ। ਉੱਥੇ ਹਾਥੀ ਅੰਗਰੇਜ਼ੀ ਬੋਲਦਾ ਪਿਆ, ਜਵਾਬ 'ਚ ਜਿਰਾਫ ਫਰੈਂਚ ਬੋਲੀ ਜਾਂਦਾ ਹੈ, ਕੁੱਤਾ ਸੰਸਕ੍ਰਿਤ ਬੋਲੀ ਜਾਂਦਾ ਹੈ, ਪੰਡਤ ਉੱਥੇ ਕੁੱਤੇ ਦੀ ਤਰ੍ਹਾਂ ਭੌਂਕੀ ਜਾਂਦਾ ਹੈ, ਸਭ ਕੁਝ ਹੋ ਸਕਦਾ ਹੈ। ਬੱਦਲ ਪੈਂਟ ਪਾ ਕੇ ਆ ਸਕਦੇ ਹੈ, ਹਾਂ, ਜ਼ਮੀਨ ਨੇ ਹੋ ਸਕਦਾ ਕਿ ਮੁੰਦਰੀਆਂ ਪਾਈਆਂ ਹੋਣ, ਉਹ ਬੱਚਿਆਂ ਦੀ ਕਲਪਨਾ ਹੈ। ਅਗਰ ਅਸੀਂ ਟ੍ਰਾਂਸਲੇਸ਼ਨ ਕਰਦੇ ਹੋਏ ਟੈਕਸਟ ਨੂੰ ਇਸ ਤਰ੍ਹਾਂ ਮੁੜ ਕੇ ਸਿਰਜ ਨਹੀਂ ਸਕਦੇ, ਪੁਨਰ ਸੁਰਜੀਤ ਕਰ ਸਕਦੇ ਇੱਕ ਨਵੀਂ ਜ਼ੁਬਾਨ 'ਚ, ਨਵੀਂ ਭਾਸ਼ਾ 'ਚ, ਇਹ ਦੇਖਦੇ ਹੋਏ ਕਿ ਬੱਚਿਆਂ ਨੂੰ ਇੰਟਰਸਟ ਕਿੱਦਾਂ ਕਰੇ। ਔਰ ਇੰਟਰਸਟ ਦਾ ਸੱਚਮੁੱਚ ਐਟੀਮੋਲੋਜੀਕਲੀ ਅਰਥ ਹੁੰਦਾ ਹੈ ਕੁੰਡੀ ਪਾਉਣਾ। ਬੱਚਿਆਂ ਦੇ ਧਿਆਨ ਨੂੰ ਕੁੰਡੀ ਪਾਉਣਾ ਔਖਾ ਵੀ ਬਹੁਤ ਹੈ ਤੇ ਸੌਖਾ ਵੀ ਬਹੁਤ ਹੈ। ਜੇ ਟ੍ਰਿਕ ਆ ਜਾਏ, ਤੁਸੀਂ ਦੇਖਿਆ ਹੈ ਕਿ ਕਈ ਵਾਰੀ ਕਈ ਬਜ਼ੁਰਗ ਆਦਮੀ, ਔਰਤਾਂ ਇੱਦਾਂ ਕਹਾਣੀਆਂ ਪਾਉਂਦੇ ਕਿ ਸਾਰਾ ਪਿੰਡ ਬੱਚਿਆਂ ਦਾ ਉੱਥੇ ਜਾ ਕੇ ਬੈਠਾ ਹੁੰਦਾ ਹੈ, ਸਕੂਲ ਨਹੀਂ ਜਾਣਗੇ, ਉਹਦੇ ਕੋਲ ਜਾ ਕੇ ਬਹਿ ਜਾਣਗੇ, ਉਹਨੂੰ ਕਹਾਣੀ ਕਹਿਣੀ ਆਉਂਦੀ ਹੈ। ਸੋ ਇਹ ਦੇਖਣ ਦੀ ਲੋੜ ਹੈ। ਤਾਂ ਅਗਰ ਅਸੀਂ ਇੰਟਰਸਟ ਤੋਂ ਅੱਗੇ ਚਲੀਏ ਤਾਂ ਟ੍ਰਾਂਸਲੇਸ਼ਨ ਦਾ ਉਦੇਸ਼ ਹੈ ਬੱਚਿਆਂ ਦੀ ਪਾਠਕ ਵਜੋਂ ਚੇਤਨਾ ਦਾ ਵਿਸਤਾਰ ਕਰਨਾ। ਔਰ ਚੇਤਨਾ ਦਾ ਵਿਸਤਾਰ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਐਨਸਾਈਕਲੋਪੀਡੀਆ ਪੜ੍ਹਾਉਣਾ, ਡਿਕਸ਼ਨਰੀ ਦੇ 10 ਲਫ਼ਜ਼ ਯਾਦ ਕਰਾਉਣਾ। ਚੇਤਨਾ ਵਿਸਤਾਰ ਹੀ ਨਹੀਂ ਹੈ। ਚੇਤਨਾ ਸਿਰਫ ਰੈਸ਼ਨਲ ਕੌਨਸ਼ੀਅਸਨੈਸ ਨਹੀਂ ਹੈ, ਬਿਲਕੁਲ ਉਸ ਚੇਤਨਾ, ਜਿਵੇਂ ਮੈਂ ਕਿਹਾ ਕਿ ਬੱਦਲ ਪੈਂਟ ਪਾ ਸਕਦੇ, ਉਹ ਹੈ ਕਿ ਕੀ ਸੋਚਿਆ ਜਾ ਸਕਦਾ ਹੈ, ਕੀ ਕਲਪਨਾ ਕੀਤੀ ਜਾ ਸਕਦੀ ਹੈ, ਉਹਦੇ ਵੱਲ ਨੂੰ ਬੱਚੇ ਨੂੰ ਤੋਰਨਾ ਉਹ ਜ਼ਰੂਰੀ ਹੈ। ਇਹ ਰਾਮਾਚੰਦਰਨ ਕਲਾਕਾਰ ਹੈ, ਕੇਰਲਾ ਦੇ, ਜਾਮੀਆ, 30-32 ਸਾਲ ਨੌਕਰੀ ਕੀਤੀ, ਅੱਜ ਕੱਲ੍ਹ ਦਿੱਲੀ ਰਹਿੰਦੇ, ਤੇ ਉਹਨਾਂ ਨੇ ਇੱਕ ਸੀਰੀਜ਼ ਬਣਾਈ ਸੀ ਤੇ ਉਹਦੇ ਵਿੱਚ ਫਿਰ ਵੱਡਾ ਪੈਨਲ ਬਣਾਇਆ ਤਕਰੀਬਨ 75 ਫੁੱਟ ਦਾ ਯਾਤੀ ਦੇ ਉੱਪਰ। ਸੁਭਾਸ਼ ਪਰਿਹਾਰ ਇੱਕ ਵਾਰੀ ਕਹਿੰਦੇ ਕਿ ਪਹਿਲੇ ਉਹ ਮਾਡਰਨਿਸਟ ਆਰਟ ਪੈਦਾ ਕਰਦੇ ਸੀਗੇ, ਬਾਅਦ ਵਿੱਚ ਉਹਨਾਂ ਦੇ ਆਰਟ ਦੇ ਕੈਨਵਸ ਦੇ ਵਿੱਚ ਡੈਕੋਰੇਟਿਵਨੈਸ ਬਹੁਤ ਆ ਗਈ। ਰਾਮਾਚੰਦਰਨ ਨੇ ਇੱਕ ਐਸੇ ਦੇ ਵਿੱਚ ਲਿਖਿਆ ਹੈ ਕਿ ਡੈਕੋਰੇਟਿਵਨੈਸ ਹਿੰਦੁਸਤਾਨ ਦੀ ਕਲਾ ਦੀ ਕਲਪਨਾ ਦਾ ਜ਼ਰੂਰੀ ਹਿੱਸਾ ਹੈ, ਕਿਉਂਕਿ ਸਪੇਸ ਖੂਬਸੂਰਤ ਹੈ। ਇੱਕ ਜਗ੍ਹਾ ਤੇ ਕਿਸੇ ਬੰਦੇ ਨੂੰ ਪੁੱਛਿਆ ਜਾਂਦਾ ਹੈ ਕਿ ਟਰਾਈਬਲ ਆਰਟ ਇੰਨਾ ਸੋਹਣਾ ਕਿਉਂ ਹੁੰਦਾ ਹੈ। ਤੁਸੀਂ ਅੱਜ ਕੱਲ੍ਹ ਵੀ ਦੇਖੋ, ਟਰਾਈਬਸ ਆਫ ਇੰਡੀਆ ਨਾਂ ਦੀ ਇੱਕ ਵੈਬਸਾਈਟ ਹੈ, ਤੇ ਉਹ ਟਰਾਈਬਸ ਦੀਆਂ ਬਣਾਈਆਂ ਤਸਵੀਰਾਂ ਵੇਚਦੇ। ਦਰਖਤ ਹੈ, ਇੱਕ ਇੱਕ ਪੱਤਾ ਮੋਤੀਆਂ ਵਰਗਾ, ਮਛਲੀ ਹਿਰਨ ਦੀ ਪਿੱਠ ਤੇ ਬੈਠੀ ਹੋਈ ਹੈ, ਦੋਨੋਂ ਇੱਕ ਦੂਜੇ ਨੂੰ ਅੱਖਾਂ 'ਚ ਅੱਖਾਂ ਪਾ ਕੇ ਦੇਖਦੀਆਂ ਪਈਆਂ, ਔਰ ਦੋਨੋਂ ਬੇਹੱਦ ਖੂਬਸੂਰਤ ਹੈ। ਤਾਂ ਉਹ ਕਹਿੰਦਾ ਕਿ ਪ੍ਰਿਮਿਟਿਵ ਲੋਕ ਜਾਂ ਟਰਾਈਬਲ ਲੋਕ ਇੰਨੀਆਂ ਸੋਹਣੀਆਂ ਚੀਜ਼ਾਂ ਕਿਉਂ ਬਣਾਉਂਦੇ ਆ, ਕਿਉਂਕਿ ਕਹਿੰਦਾ ਹਰ ਇੱਕ ਚੀਜ਼ ਨੂੰ ਹੀ ਸੋਹਣਾ ਦੇਖਦੇ ਆ। ਅਸੀਂ, ਸਾਡੀ ਪੜ੍ਹਾਈ ਦੀ ਵੀ ਕਮੀ ਹੈ ਨਾ, ਅਸੀਂ ਡਿਸਟਿੰਕਸ਼ਨ ਕਰਨਾ ਸਿੱਖਦੇ ਹਾਂ ਕੀ ਸੋਹਣਾ ਹੁੰਦਾ ਹੈ ਤੇ ਕਿਹੜਾ ਨਹੀਂ ਹੁੰਦਾ ਹੈ। ਉਹਨਾਂ ਲਈ ਸਭ ਕੁਝ ਹੀ ਸੋਹਣਾ। ਅਗਰ ਗੌਰ ਕਰੋ ਤਾਂ ਬੱਚਾ ਇਸੇ ਕਰਕੇ ਟਰਾਈਬਲ ਕੌਨਸ਼ੀਅਸਨੈਸ ਦਾ ਜੀਵ ਹੈ, ਉਹਦੇ ਲਈ ਸਭ ਕੁਝ ਸੋਹਣਾ ਹੈ। ਤੁਸੀਂ ਉਹਨੂੰ ਖਿਡੌਣੇ ਲਿਆ ਕੇ ਦੇ ਦਿੰਦੇ ਹੋ, ਉਹ ਦਵਾਈ ਦੀ ਖਾਲੀ ਡੱਬੀ ਨਾਲ ਖੇਡਣਾ ਪਸੰਦ ਕਰਦਾ, ਖਿਡੌਣੇ ਨਾਲ ਨਹੀਂ ਖੇਡਦਾ, ਕਿਉਂਕਿ ਉਹਦੇ ਲਈ ਉਹ ਸੋਹਣੀ ਹੈ, ਉਹਦੇ ਲਈ ਚੰਗੀ ਹੈ, ਉਹਦੇ 'ਚ ਸੰਗੀਤ ਹੈ। ਸੋ ਜਿਹੜੇ ਸਾਡੇ ਇੱਕ ਸੋ ਕਾਲਡ ਐਜੂਕੇਟਿਡ ਡਿਸਟਿੰਕਸ਼ਨਸ ਹੈ ਐਸਥੈਟਿਕਸ ਦੇ, ਬੱਚਿਆਂ ਦੇ ਸਾਹਿਤ ਲਈ, ਉਹਨਾਂ ਦੀ ਕਲਾ ਲਈ, ਉਹ ਵੀ ਇੱਕ ਪਾਸੇ ਰੱਖਣਾ ਜ਼ਰੂਰੀ ਹੈ। ਜਿਸ ਦੇ ਲਈ ਲੋੜ ਹੈ ਕਿ ਟ੍ਰਾਂਸਲੇਸ਼ਨ ਕਰਨ ਵਾਲਾ ਤੇ ਲਿਖਣ ਵਾਲਾ ਵੀ, ਕਿਉਂਕਿ ਮੈਂ ਕਿਹਾ ਕਿ ਟ੍ਰਾਂਸਲੇਸ਼ਨ ਕਰਨਾ ਬਿਨਾਂ ਲਿਖਣ ਤੋਂ ਪੋਸੀਬਲ ਨਹੀਂ ਹੈ।
ਔਰ ਤੁਸੀਂ ਸੱਚਮੁੱਚ ਟ੍ਰਾਂਸਲੇਸ਼ਨ ਵਧੀਆ ਕਰੋਗੇ ਜੇ ਤੁਸੀਂ ਬੱਚਿਆਂ ਲਈ ਲਿਖਣ ਦੀ ਕੋਸ਼ਿਸ਼ ਕਰੋਗੇ। ਕੁਛ ਨਹੀਂ ਤਾਂ 4 ਲਾਈਨਾਂ ਲਿਖ ਕੇ ਦੇਖੋ, ਔਰ ਬੱਚੇ ਦੇ ਪੜ੍ਹਨ ਲਈ ਨਹੀਂ, ਸੋਚੋ ਕਿ ਬੱਚਾ ਲਿਖਦਾ ਪਿਆ ਬੱਚਿਆਂ ਦੇ ਲਈ, ਉਹ ਕੀ ਲਿਖੇਗਾ। ਉਸ ਦੇ ਲਈ ਸਾਨੂੰ ਆਪਣੀ ਆਪ ਦੀ, ਆਪਣੇ ਆਪੇ ਦੀ, ਆਪਣੀ ਸਬਜੈਕਟਿਵਿਟੀ ਦੀ ਰੈਡੀਕਲ ਡੀਕੰਡੀਸ਼ਨਿੰਗ ਕਰਨ ਦੀ ਲੋੜ ਹੈ। ਕਿਉਂਕਿ ਇਸ ਸਰਾਊਂਡਿੰਗਸ ਨੇ, ਜਿਹੜੀ ਆਪਣਾ ਕਲਚਰਲ ਸਰਾਊਂਡਿੰਗਸ ਕਹਿੰਦੇ, ਇਸਨੇ ਸਾਨੂੰ ਇੱਕ ਚੀਜ਼ ਸਿਖਾ ਦਿੱਤੀ ਹੈ ਕਿ ਅਡਲਟ ਹੋਣਾ ਬੜਾ ਚੰਗਾ ਹੁੰਦਾ ਹੈ। ਵੈਸੇ ਅਡਲਟ ਹੋਣਾ ਕੋਈ ਬਹੁਤਾ ਚੰਗਾ ਤਾਂ ਨਹੀਂ ਹੁੰਦਾ। ਅਸੀਂ ਜ਼ਿੰਦਗੀ ਦੇ ਕਿੰਨੇ ਸਵਾਦਾਂ ਤੋਂ ਰਹਿ ਜਾਂਦੇ ਹਾਂ। ਸਾਡਾ ਮਨ ਕਰਦਾ ਮੈਂ ਸੜਕ 'ਤੇ ਨੱਚਦਾ ਹੋਇਆ ਜਾਵਾਂ, ਨਹੀਂ, ਕਿਉਂਕਿ ਉਹਨਾਂ ਦਾ ਦਿਮਾਗ ਖਰਾਬ ਹੋ ਗਿਆ, ਐਡਾ ਵੱਡਾ ਸਿਆਣਾ ਆਦਮੀ ਹੈ। ਰੈਡੀਕਲ ਡੀਕੰਡੀਸ਼ਨਿੰਗ ਕਮ ਸੇ ਕਮ ਅਸੀਂ ਤਸੱਵੁਰ 'ਤੇ ਤਾਂ ਕਰ ਸਕਦੇ ਹਾਂ, ਸੈਂਸੀਬਿਲਿਟੀ 'ਤੇ ਕਰ ਸਕਦੇ ਹਾਂ। ਸੋ ਇੱਕ ਤਾਂ ਉਹ ਕਰਨ ਦੀ ਲੋੜ ਹੈ। ਫਿਰ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਉਦੇਸ਼ ਕੀ ਹੈ ਟ੍ਰਾਂਸਲੇਸ਼ਨ ਦਾ, ਲਿਖਣ ਦਾ ਬੱਚਿਆਂ ਲਈ, ਕਿ ਉਹ ਆਨੰਦ ਹੈ, ਸਵਾਦ ਹੈ, ਕੌਨਸ਼ੀਅਸਨੈਸ ਦੀ ਐਕਸਪੈਂਸ਼ਨ ਹੈ, ਲੇਕਿਨ ਟੇਸਟ ਦੀ ਵੀ ਐਕਸਪੈਂਸ਼ਨ ਹੈ। ਬੱਚਿਆਂ ਨੂੰ ਹੋਰ ਚੀਜ਼ਾਂ ਦਾ ਸਵਾਦ ਆਉਣਾ ਚਾਹੀਦਾ ਹੈ। ਨਵਜੋਤ ਉਹਨਾਂ ਨੇ ਗੱਲ ਕੀਤੀ ਰੇਨ ਗੋ ਅਵੇ ਕਮ ਅਗੇਨ ਅਨਦਰ ਡੇ। ਸ਼ਾਇਦ ਅਸਾਮ 'ਚ ਵੀ ਬੰਦੇ ਇਹਨੂੰ ਪਸੰਦ ਕਰਨਗੇ। ਰੱਬਾ ਰੱਬਾ ਮੀਂਹ ਸੰਗ ਰਹਿਣ ਦੇ ਬੱਬਾ ਨਾ ਵਸਾ, ਚਿਹਰਾਪੂੰਜੀ ਤਾਂ ਕਹਿੰਦੇ ਹੀ ਹੋਣਗੇ। ਸਾਡੇ ਵੀ ਜਦੋਂ 3 ਦਿਨ ਮੀਂਹ ਪੈਂਦਾ ਸੀ ਕਹਿੰਦੇ ਬਸ ਕਰ, ਹੁਣ ਬਹੁਤ ਹੋ ਗਈ। ਲੇਕਿਨ ਟ੍ਰਾਂਸਲੇਸ਼ਨ ਦਾ ਇੱਥੇ ਕਿ ਇਹ ਵੀ ਹੈ ਕਿ ਬੱਚੇ ਨੂੰ ਟ੍ਰਾਂਸਲੇਸ਼ਨ ਨਾਲ ਇਹ ਵੀ ਪਤਾ ਲੱਗੇ ਦੁਨੀਆ 'ਚ ਐਸੀਆਂ ਥਾਵਾਂ ਹੈ ਜਿੱਥੇ ਤੁਸੀਂ ਕਹਿੰਦੇ ਹੋ ਕਿ ਮੀਂਹ ਨਾ ਪਏ, ਕਿ ਸਾਰੀਆਂ ਥਾਵਾਂ ਮੇਰੀਆਂ ਥਾਵਾਂ ਵਰਗੀਆਂ ਨਹੀਂ ਹੈ, ਕਿ ਸਾਰੀ ਦੁਨੀਆ ਪੰਜਾਬ ਵਰਗੀ ਨਹੀਂ ਹੈ, ਸਾਰੇ ਲੋਕ ਪੰਜਾਬੀ ਦੀ ਤਰ੍ਹਾਂ ਖਾਂਦੇ ਪੀਂਦੇ ਨਹੀਂ ਹੈ। ਬਹੁਤ ਥਾਂ 'ਤੇ ਭੁੱਖ ਹੈ, ਬਹੁਤ ਥਾਂ 'ਤੇ ਐਸੇ ਲੋਕ ਰਹਿੰਦੇ ਜਿਨ੍ਹਾਂ ਨੂੰ ਕਈ ਸਾਲ ਤੋਂ 3 ਟਾਈਮ ਦਾ ਖਾਣਾ, 2 ਟਾਈਮ ਦਾ ਖਾਣਾ ਨਹੀਂ ਮਿਲਿਆ, ਔਰ 1 ਟਾਈਮ ਦਾ ਖਾਣਾ ਵੀ ਇੰਨਾ ਨਹੀਂ ਮਿਲਿਆ ਜਿਹਦੇ ਨਾਲ ਢਿੱਡ ਭਰ ਗਿਆ ਹੋਵੇ। ਜੇ ਅਸੀਂ ਟ੍ਰਾਂਸਲੇਸ਼ਨ ਨੂੰ ਐਪਰੋਪਰੀਏਸ਼ਨ ਮੰਨ ਲੈਂਦੇ ਹਾਂ ਕਿ ਸਾਡੇ ਬੱਚਿਆਂ ਨੂੰ ਉਹਨਾਂ ਦੀ ਸ਼ਰਤਾਂ ਦੀ ਗੱਲ ਸਮਝਾਈ ਜਾਏ, ਤਾਂ ਉਸ ਦਾ ਕੋਈ ਫਾਇਦਾ ਨਹੀਂ। ਸਾਹਿਤ ਦਾ, ਕਲਾ ਦਾ, ਟ੍ਰਾਂਸਲੇਸ਼ਨ ਦਾ ਇੱਕ ਉਦੇਸ਼ ਹੈ ਕਿ ਇਨਸਾਨ ਨੂੰ ਦੂਜੀਆਂ ਸੰਭਾਵਨਾਵਾਂ, ਦੂਜੀਆਂ ਦੁਨੀਆਵਾਂ, ਦੂਜੇ ਮਨੁੱਖਾਂ ਦੀ ਹੋਂਦ ਦੇ ਵਿੱਚ ਰਚਨਾ ਸਿਖਾਉਣਾ, ਤਾਂ ਕਿ ਮੈਂ ਹੋਰ ਕਿੱਦਾਂ ਹੋ ਸਕਦਾ ਇਹਦਾ ਪਤਾ ਲੱਗੇ। ਇੱਕ ਇਹੀ ਗਾਰੰਟੀ ਸਾਡੇ ਕੋਲ ਬਚੀ ਹੈ ਇਨਸਾਨ ਨੂੰ ਇਸ ਚੀਜ਼ ਤੋਂ ਬਚਾਉਣ ਦੀ, ਜਿਹੜੀ ਇੱਕ ਡੀਮਨ ਬਣ ਕੇ ਖਾ ਰਹੀ ਹੈ ਕਿ ਮੈਂ ਹੀ ਠੀਕ ਹਾਂ, ਮੈਂ ਹੀ ਮਨੁੱਖ ਹਾਂ, ਮੇਰੇ ਨਾਲ ਦੇ ਹੀ ਮਨੁੱਖ ਹੈ, ਬਾਕੀ ਸਾਰੇ ਰਾਖਸ਼ ਹੈ, ਇਸ ਲਈ ਉਹਨਾਂ ਦੀ ਹੱਤਿਆ ਕਰ ਦੇਣੀ ਚਾਹੀਦੀ ਹੈ। ਔਰ ਇਹ ਬਚਾਉਣਾ ਬਾਲ ਸਾਹਿਤ ਰਚਣ ਵਾਲੇ ਤੇ ਉਹਦਾ ਅਨੁਵਾਦ ਕਰਨ ਵਾਲੇ ਕਰ ਸਕਦੇ ਹੋ। ਕਿਉਂਕਿ ਅੱਜ ਅਸੀਂ ਅਗਰ ਐਸੀ ਕਹਾਣੀ ਸਿਰਜਦੇ, ਮੈਨੂੰ ਯਾਦ ਹੈ ਕਿ ਮੇਰੀ ਮੈਡਮ ਨੇ ਮੈਨੂੰ 4ਵੀਂ 5ਵੀਂ 'ਚ ਕਿਤੇ ਕੋਈ ਪੇਪਰ ਦੇ ਦਿੱਤਾ ਕਿ ਤੂੰ ਚੈੱਕ ਕਰਕੇ ਲਿਆਏ। ਹਿਸਟਰੀ ਦੇ ਪੇਪਰ ਸੀ, ਕੋਈ ਸਮਾਜ ਸ਼ਾਸਤਰ, ਉਹਦੇ ਵਿੱਚ ਕਹਾਣੀ ਸੀਗੀ ਵਿਸ਼ਵਾਮਿੱਤਰ ਵਾਲੀ, ਕੋਈ ਯੱਗ ਕਰਦੇ ਰਾਮ ਲਕਸ਼ਮਣ, ਤੇ ਵਿਸ਼ਵਾਮਿੱਤਰ ਯੱਗ ਕਰਦੇ ਰਾਮ ਲਕਸ਼ਮਣ ਦੀ ਡਿਊਟੀ ਲੱਗ ਜਾਂਦੀ ਬਚਾ ਕੇ ਰੱਖੋ। ਤਾਂ ਇੱਕ ਮੁੰਡੇ ਨੇ ਕੀ ਲਿਖਿਆ ਹੋਇਆ, ਮੇਰਾ ਕਲਾਸ ਫੈਲੋ ਸੀ, ਉਹ ਕਹਿੰਦਾ ਰਾਮ ਤੇ ਲਕਸ਼ਮਣ ਬੜੇ ਔਖੇ ਹੋ ਕੇ ਭੀੜੀ ਜੀ ਗਲੀ ਥਾਣੀ ਯੱਗ ਦੀ ਥਾਂ ਤੇ ਪਹੁੰਚੇ। ਮੈਨੂੰ ਅੱਜ ਤੱਕ ਨਹੀਂ ਗੱਲ ਪਹੁੰਚੀ ਭੁੱਲੀ। ਦੇਖੋ, ਭੀੜੀ ਜੀ ਗਲੀ ਥਾਣੀ ਰਾਮਚੰਦਰ ਜੀ ਜਾਂਦੇ ਪਏ, ਉਹ ਯਾਰ ਸਾਈਕਲ ਆ ਗਈ ਪਰੇ ਹੱਟ, ਮੈਂ ਜਾਣਾ ਜਲਦੀ, ਲੇਟ ਹੋ ਗਿਆ। ਪਿੱਛੇ ਲਕਸ਼ਮਣ ਜੀ ਆਉਂਦੇ ਪਏ, ਉਹ ਮੇਰਾ ਪਿੱਛੇ ਧਨੁਸ਼ ਰਹਿ ਗਿਆ, ਯਾਰ ਦੇਖੀ ਟੁੱਟ ਨਾ ਜਾਏ ਕਿਤੇ, क्यों, अगर रिक्शा जा रही है। क्या खूबसूरत कल्पना है। सो इस तरह की इमेजिनेशन, और जिस का अर्थ है कि प्राइमरी फाइडेलिटी साडी पाठक नाल है, टैक्सट नाल नहीं है। क्योंकि साडा काम, साडी वफादारी सूचना देने तक नहीं है। यह है कि बच्चा दूजी भाषा च लिखी हुई किताब नूं अपनी भाषा च पढ़े, लेकिन उस भाषा च जदों वो चीज़ आती है, वो किताब आती है, तो सिर्फ उस भाषा जोगी हो के ना रह गई हो। दूजी भाषा, दूजी संस्कृति, दूजिया संभावनावां की खुशबू उहदे च होनी जरूरी। इसलिए भाषा नूं तोड़ना मरोड़ना जरूरी है। कई थां ते तुहानूं लोड़ पेगी कि तुसीं पंजाबी दे लफ्ज़ नहीं लगा सकते, हिंदी च ही है, तो उन्होंने पंजाबी च लिखण च कोई हर्ज है? किसी ने रोकिया होया? वर्ल्ड वाइड वैब ਨੂੰ ਜੋਗਾ ਸਿੰਘ ਹੋਣੀ ਮੈਨੂੰ ਈਮੇਲ ਲਿਖਦੇ ਆ, ਮੱਕੜ ਜਾਲ ਤੇ ਪਬਲੀਕੇਸ਼ਨ ਬਿਊਰੋ ਦਾ PDF ਪਾ ਦਿੱਤਾ। ਹਮ PDF ਦੀ ਵੀ ਕਰ ਦੋ ਨਾ ਪੰਜਾਬੀ ਨਾਲ। ਹੁਣ ਮੱਕੜ ਜਾਲ, ਮੈਨੂੰ ਤਾਂ 2 ਮਿੰਟ ਲੱਗੇ ਸੋਚਣ ਮੱਕੜ ਜਾਲ ਕਿਹੜਾ ਹੁੰਦਾ, ਪਰ ਮੱਕੜ ਜਾਲ ਤੇ ਵਰਲਡ ਵਾਈਡ ਵੈਬ, ਵੈਸੇ ਵੈਬ ਵੀ ਕਹਿ ਦੋਗੇ ਤਾਂ ਕੋਈ ਪ੍ਰੋਬਲਮ ਹੈ, ਇੰਟਰਨੈਟ ਕਹਿ ਲੋਗੇ ਪ੍ਰੋਬਲਮ ਹੈ, ਨਹੀਂ ਹੈ ਨਾ।
ਬਲਕਿ ਇੱਕ ਨਵੀਂ ਤਰ੍ਹਾਂ ਦੀ ਸੰਭਾਵਨਾਵਾਂ ਵੀ ਤਾਂ ਖੁੱਲੇਗੀ ਨਾ ਕਿ ਬਈ ਮੇਰੀ ਦੁਨੀਆ ਸਿਰਫ ਇੱਥੇ ਤੱਕ ਸੀਮਿਤ ਨਹੀਂ ਹੈ, ਔਰ ਅਗਰ ਅਸੀਂ ਬੱਚਿਆਂ ਨੂੰ ਇਹ ਨਹੀਂ ਖੋਲ ਕੇ ਦਿੰਦੇ ਤਾਂ ਅਸੀਂ ਤਾਂ ਪਾਪ ਕਰਦੇ। ਫਿਰ ਇਮੈਜੀਨੇਟਿਵ ਆਇਡੈਂਟੀਫਿਕੇਸ਼ਨ, ਉਹਦੀ ਮੈਂ ਗੱਲ ਕੀਤੀ ਕਿ ਬੱਚੇ ਦੀ ਕਲਪਨਾ ਦੇ ਨਾਲ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼। ਲੇਕਿਨ ਇੱਕ ਹੈ ਵਿਜ਼ੂਅਲਾਈਜੇਸ਼ਨ। ਵਿਜ਼ੂਅਲਾਈਜੇਸ਼ਨ ਐਸੀ ਚੀਜ਼ ਹੈ ਜਿਸ ਨੂੰ ਅਸੀਂ ਨਜ਼ਰਅੰਦਾਜ਼ ਕਰਦੇ ਹੀ ਰਹਿੰਦੇ ਹਾਂ। ਅੰਦਰ ਦੀ ਅੱਖ ਨਾਲ ਕਿਸੇ ਚੀਜ਼ ਨੂੰ ਸਪਸ਼ਟ ਦੇਖਣਾ। ਅਰਸਤੂ ਨੇ ਪੋਇਟਿਕਸ ਦੇ ਵਿੱਚ ਇੱਕ ਪੂਰਾ ਸੈਕਸ਼ਨ ਲਿਖਿਆ ਹੈ ਜਦੋਂ ਗੱਲ ਕਰਦਾ ਹੈ ਕਿ ਪਲਾਟ ਸਿਰਜਣਾ ਕਿੱਦਾਂ ਹੈ ਤੇ ਕਰੈਕਟਰ ਬਣਾਉਣਾ ਕਿੱਦਾਂ ਹੈ। ਉਹ ਕਹਿੰਦਾ ਹੈ ਕਿ, ਔਰ ਕਮਾਲ ਦੀ ਗੱਲ ਹੈ ਕਿ ਅਸੀਂ ਆਮ ਤੌਰ ਤੇ ਟ੍ਰੈਜਿਕ ਹੀਰੋ ਦੇ ਪੁਆਇੰਟ ਆਫ ਵਿਊ ਤੋਂ ਦੇਖਦੇ ਹਾਂ ਕਿ ਟ੍ਰੈਜੇਡੀ ਨੂੰ ਐਕਸਪੀਰੀਅੰਸ ਕਿੱਦਾਂ ਕਰਦਾ, ਪਰ ਅਰਸਤੂ ਇੱਦਾਂ ਨਹੀਂ ਕਰਦਾ ਪਿਆ। ਅਰਸਤੂ ਸਭ ਤੋਂ ਪਹਿਲੇ ਲੇਖਕ ਲਈ ਦੇਖਦਾ ਪਿਆ ਕਿ ਲੇਖਕ ਨੂੰ ਕੀ ਵਾਪਰਦਾ ਹੈ ਜਦੋਂ ਟ੍ਰੈਜੇਡੀ ਹੁੰਦੀ ਹੈ, ਫਿਰ ਐਕਟਰ ਨਾਲ ਕੀ ਹੁੰਦਾ ਹੈ, ਫਿਰ ਪਾਠਕ ਨਾਲ ਕੀ ਹੁੰਦਾ ਹੈ। ਹੀਰੋ ਤਾਂ ਸਿਰਫ ਐਕਟਿੰਗ ਕਰਦਾ ਪਿਆ ਹੈ। ਇਹ ਬੜੀ ਗੌਰ ਕਰਨ ਵਾਲੀ ਗੱਲ ਹੈ। ਜਦੋਂ ਅਸੀਂ ਕਲਾਸਾਂ 'ਚ ਅਰਸਤੂ ਨੂੰ ਪੜ੍ਹਦੇ ਹਾਂ ਤਾਂ ਅਸੀਂ ਇਸ ਨੂੰ ਛੱਡ ਕੇ ਬਾਕੀ ਸਾਰੇ ਕੰਮ ਕਰ ਲੈਂਦੇ ਹਾਂ। ਕਿਉਂ? ਕਿਉਂਕਿ ਸਾਡਾ ਇੱਕ ਕੰਮ ਹੈ ਕਿ ਸਾਡੇ ਵਿਦਿਆਰਥੀ ਕਿਤੇ ਨਾਟਕ ਲਿਖ ਨਾ ਲੈਣ, ਪੜ੍ਹਨ ਜ਼ਰੂਰ, ਆਲੋਚਨਾ ਵੀ ਕਰਨ, ਪਰ ਖਬਰਦਾਰ ਅਗਰ ਇੱਕ ਵੀ ਲਾਈਨ ਲਿਖ ਲਈ ਤਾਂ। ਕਿਉਂ? ਤੁਸੀਂ ਲਿਖਣ ਵਾਲੇ ਹੈ ਹੀ ਨਹੀਂ, ਤੁਸੀਂ ਕੌਣ? ਤੁਹਾਡੇ ਕੀ ਜ਼ਰੂਰਤ ਹੈ ਤੁਸੀਂ ਲਿਖ ਸਕੋ ਕੋਈ? ਜਦ ਕਿ ਅਰਸਤੂ ਨੇ ਬੜਾ ਸਾਫ਼ ਸੁਥਰਾ ਕਿਹਾ ਹੈ ਕਿ ਜੈਸਚਰ ਇਮੈਜਿਨ ਕਰੋ, ਸ਼ਬਦ ਇਮੈਜਿਨ ਕਰੋ, ਦੇਖੋ ਬੰਦਾ ਕਿੱਦਾਂ ਦਾ ਹੈ, ਕਿੰਨੀ ਕੁ ਉਮਰ ਦਾ ਹੈ, ਕੀ ਉਹਦਾ ਰੰਗ ਹੈ, ਕਿੱਦਾਂ ਬੋਲਦਾ ਹੈ, ਉਹ ਫਿਰ ਕੀ ਕਰੇਗਾ। ਇਸ ਲਈ ਜਦੋਂ ਹੈਮਲੇਟ ਦਾ ਰੋਲ ਕੋਈ ਕੁੜੀ ਕਰਦੀ ਹੈ, 45 ਸਾਲ ਦਾ ਬੰਦਾ ਕਰਦਾ, 21 ਸਾਲ ਦਾ ਕਰਦਾ, ਤਾਂ ਹੈਮਲੇਟ ਬਦਲ ਜਾਂਦਾ ਹੈ। ਸ਼ੇਕਸਪੀਅਰ ਲਈ ਕਿੰਨਾ ਔਖਾ ਹੋਏਗਾ ਕਿ ਉਸਨੇ ਕਿਹੜਾ ਹੈਮਲੇਟ ਸੋਚਿਆ ਹੋਵੇਗਾ ਜਿਹਦੇ ਵਿੱਚ ਸਾਰੀਆਂ ਸੰਭਾਵਨਾਵਾਂ ਸੀ। ਸੋ ਅਨੁਵਾਦ ਦੇ ਵਿੱਚ ਬੱਚਿਆਂ ਦੀ ਭਾਸ਼ਾ ਦੇ ਨਾਲ ਕੰਨ ਖੋਲ ਕੇ ਔਰ ਕੰਨਾਂ ਨੂੰ ਬਾਰੀਕ ਕਰਕੇ ਬਿਲਕੁਲ ਅੰਤਰਦ੍ਰਿਸ਼ਟੀ ਨਾਲ ਵਿਜ਼ੂਅਲਾਈਜ਼ ਕਰਨਾ ਬਿਲਕੁਲ ਕੇਂਦਰੀ ਨੁਸਖਾ ਹੈ। ਇਮੈਜਿਨ ਕਰਨਾ ਬਿਲਕੁਲ। ਫਿਰ ਸਟਾਈਲ ਕਿਵੇਂ ਹੋਵੇ? ਹੋ ਸਕਦਾ ਹੈ ਕਿ ਬੱਚਿਆਂ ਦੀ ਲਿਖੀ ਹੋਈ ਕਿਤਾਬ ਅਸਲ 'ਚ ਬੱਚਿਆਂ ਲਈ ਨਾ ਹੋਵੇ। ਜਿਵੇਂ ਪੰਚਤੰਤਰ ਮੈਂ ਲੱਗਿਆ ਇਹ ਬੱਚਿਆਂ ਲਈ ਨਹੀਂ ਹੈ। ਅਸੀਂ ਪੜ੍ਹਾ ਲੈਂਦੇ ਬੱਚਿਆਂ ਨੂੰ, ਵਿੱਚ ਇੱਕ ਦੋ ਮੈਂ ਲਾਈਨਾਂ ਤੁਹਾਡੇ ਨਾਲ ਗੱਲ ਕਰਨੀ ਸੀ ਭਈ ਉਹਦਾ ਅਨੁਵਾਦ ਕਿੱਦਾਂ ਕੀਤਾ ਜਾਏ, ਆਪਾਂ ਦੇਖਦੇ ਹਾਂ ਜੇ ਵਕਤ ਹੈ ਤਾਂ। ਲੇਕਿਨ ਪੰਚਤੰਤਰ ਬਹੁਤ ਸੀਰੀਅਸ ਗ੍ਰੰਥ ਹੈ ਔਰ ਉਹ ਉਹਨਾਂ ਬੱਚਿਆਂ ਦੇ ਲਈ ਹੈ ਜਿਨ੍ਹਾਂ ਨੇ ਬੱਚੇ ਛੇਤੀ ਰਹਿਣਾ ਨਹੀਂ ਔਰ ਵੱਡੇ ਹੋ ਕੇ ਆਪਣਾ ਬਚਪਨ ਕਦੀ ਯਾਦ ਨਹੀਂ ਕਰਨਾ, ਕਿਉਂਕਿ ਦੁਨੀਆ 'ਤੇ ਰਾਜ ਕਰਨਾ ਹੈ, ਦੁਸ਼ਮਣਾਂ ਨਾਲ ਵਾਹ ਪੈਣੀ ਹੈ, ਦੋਸਤਾਂ ਨੂੰ ਨਾਲ ਤੋਰ ਕੇ ਰੱਖਣਾ ਹੈ, ਕਾਮਯਾਬ ਹੋਣਾ ਹੈ। ਔਰ ਦੁਨੀਆ 'ਚ ਜਿਹੜੇ ਭ੍ਰਸ਼ਟ ਲੋਕ ਹੈ, ਉਚੱਕੇ ਹੈ, ਬਦਮਾਸ਼ ਹੈ, ਧੋਖੇਬਾਜ਼ ਹੈ, ਉਹਨਾਂ ਨੂੰ ਪਛਾਣਨਾ ਹੈ। ਸੋ ਪੰਚਤੰਤਰ ਦੁਨੀਆ ਭੋਲੀ ਵਾਲੀ ਦੁਨੀਆ ਨਹੀਂ ਹੈ, ਕਿਉਂਕਿ ਇਹ ਰਾਜਕੁਮਾਰਾਂ ਦੀ ਐਜੂਕੇਸ਼ਨ ਦੀ ਦੁਨੀਆ ਹੈ ਔਰ ਰਾਜਕੁਮਾਰਾਂ ਦੇ ਕੋਲ ਕੋਈ ਬਚਪਨ ਨਹੀਂ ਹੁੰਦਾ। ਜੇ ਹੁੰਦਾ ਤਾਂ ਉਹ ਫਿਰ ਇਸ ਤਰ੍ਹਾਂ ਦੇ ਨਾ ਹੁੰਦੇ ਜਿਸ ਤਰ੍ਹਾਂ ਦੇ ਹੁੰਦੇ। ਤੇ ਸਟਾਈਲ ਦੀ ਜਦੋਂ ਗੱਲ ਹੈ, ਮੈਨੂੰ ਐਕਚੁਅਲੀ ਪੰਚਤੰਤਰ ਸਭ ਤੋਂ ਔਖੀਆਂ ਟੈਕਸਟ ਵਿੱਚੋਂ ਲੱਗਦੀ ਹੈ ਜੇ ਤੁਸੀਂ ਓਰੀਜਨਲ ਟੈਕਸਟ ਨੂੰ ਨਾਲ ਰੱਖ ਕੇ ਉਹਦੀ ਕੋਈ ਟ੍ਰਾਂਸਲੇਸ਼ਨ ਪੜ੍ਹੋ। ਇੱਕ ਹੈ ਕਿ ਸਟਾਈਲ ਬੱਚਿਆਂ ਦੇ ਲਈ ਜਿੰਨਾ ਵੀ ਸਿੰਪਲ ਹੋ ਸਕੇ, ਸਾਦਾ ਸਰਲ ਹੋ ਸਕੇ ਹੋਵੇ। ਦੂਸਰੇ ਸਪਸ਼ਟ ਹੋਵੇ, ਔਰ ਸਪਸ਼ਟ ਦਾ ਮਤਲਬ ਹੈ ਐਕਚੁਅਲੀ ਲਿਊਸਿਡ ਹੋਵੇ, ਲਿਊਸਿਡ ਲੂਸੀ ਵਾਲਾ, ਜਿਹਦੇ 'ਚੋਂ ਰੋਸ਼ਨੀ ਆਰ ਪਾਰ ਨਿਕਲਦੀ ਹੋਵੇ, ਜਿਹਨੂੰ ਪੜ੍ਹਦੇ ਹੋਏ ਪਾਠਕ ਨੂੰ ਰੁਕਣਾ ਨਾ ਪਏ ਕਿ ਇਹ ਇੱਥੇ ਗੱਲ ਕੀ ਕੀਤੀ ਜਾ ਰਹੀ ਹੈ, ਕੁਝ ਸਮਝਣਾ ਪਏਗਾ, ਸਿਰ ਖੁਰਕਣਾ ਪਏ, ਉਹ ਨਾ ਹੋਵੇ। ਟ੍ਰਾਂਸਪੇਰੈਂਟ ਸਟਾਈਲ ਹੋਵੇ। ਫਿਰ ਮਿਊਜ਼ੀਕੈਲਿਟੀ ਉਹਦੇ 'ਚ ਬਹੁਤ ਜ਼ਰੂਰੀ ਹੈ। ਜੇ ਲਿਖਤ ਵਿੱਚ ਸੰਗੀਤ ਨਹੀਂ ਹੈ ਔਰ ਸੰਗੀਤ ਲਿਆਉਣ ਲਈ ਅਗਰ ਸਾਨੂੰ ਕਵਿਤਾ ਵੀ ਵਿੱਚ ਪਾਉਣੀ ਪੈਂਦੀ ਹੈ, ਕਹਾਣੀ 'ਚ ਡਾਇਲੌਗ ਐਡ ਕਰਨੇ ਪੈਂਦੇ, ਕੁਝ ਕੱਢਣਾ ਪੈਂਦਾ, ਨਵਾਂ ਸਿਰਜਣਾ ਪੈਂਦਾ, ਕਰੈਕਟਰ ਲਿਆਉਣੇ ਪੈਂਦੇ, ਤਾਂ ਮੇਰਾ ਖਿਆਲ ਟ੍ਰਾਂਸਲੇਟਰ ਦੇ ਕੋਲ ਪੂਰੀ ਦੀ ਪੂਰੀ ਆਜ਼ਾਦੀ ਹੈ, ਪੂਰੀ ਆਜ਼ਾਦੀ। ਦੇਖੋ ਟ੍ਰਾਂਸਲੇਟਰ ਦੇ ਬਾਰੇ ਕਿਹਾ ਗਿਆ ਕਿ ਟ੍ਰਾਂਸਲੇਟਰ ਇਜ਼ ਏ ਸੈਕੰਡ ਕ੍ਰੀਏਟਰ ਆਫ ਏ ਸੈਕੰਡ ਓਰੀਜਨਲ। ਉਹ ਕੋਈ ਗੁਲਾਮ ਨਹੀਂ ਹੈ। ਟ੍ਰਾਂਸਲੇਟਰ ਨੇ ਕਿਸੇ ਦਾ ਕਰਜ਼ ਨਹੀਂ ਦੇਣਾ ਕਿ ਉਹਨੂੰ ਉੱਦਾਂ ਦਾ ਉੱਦਾਂ ਹੀ ਦੂਜੀ ਭਾਸ਼ਾ 'ਚ ਉਤਾਰ ਕੇ ਦੇ ਦੇਣਾ। ਇਸੇ ਕਰਕੇ ਇਹ ਮੂਰਖਤਾ ਹੈ ਕਿ ਇੱਕ ਦਿਨ ਮਸ਼ੀਨਾਂ ਟ੍ਰਾਂਸਲੇਟ ਕਰ ਲੈਣਗੇ, ਨਹੀਂ ਕਰ ਸਕਦੀਆਂ। ਜੋ ਟ੍ਰਾਂਸਲੇਟ ਕਰ ਸਕਦੀਆਂ ਉਹ ਸਾਨੂੰ ਕਰਨਾ ਵੀ ਨਹੀਂ ਚਾਹੀਦਾ, ਉਹਨਾਂ ਨੂੰ ਕਰਨ ਦਿਓ।
ਕਿਉਂਕਿ ਆਜ਼ਾਦੀ ਦਾ ਕਨਸੈਪਟ ਤਾਂ ਮਨੁੱਖ ਦਾ ਕਨਸੈਪਟ ਹੈ, ਮਸ਼ੀਨਾਂ ਦਾ ਕਨਸੈਪਟ ਨਹੀਂ ਹੈ। ਸੋ ਟਰਾਂਸਲੇਸ਼ਨ 'ਚ ਮਿਊਜ਼ੀਕੈਲਿਟੀ ਬੜੀ ਜ਼ਰੂਰੀ ਹੈ, ਔਰ ਮਿਊਜ਼ੀਕੈਲਿਟੀ ਹਰ ਭਾਸ਼ਾ ਦੀ ਆਪਣੀ ਹੁੰਦੀ ਹੈ। ਇਸ ਲਈ ਅਗਰ ਸਾਹਿਤ ਦੇ ਕੇਂਦਰ ਦੇ ਵਿੱਚ ਕੰਨ ਹੈ, ਜ਼ੁਬਾਨ ਨਹੀਂ, ਅੰਦਰ ਦੀ ਅੱਖ ਹੈ, ਜ਼ੁਬਾਨ ਨਹੀਂ, ਜੇ ਜ਼ੁਬਾਨ ਹੈ ਤਾਂ ਕੰਨ ਲਈ ਹੈ ਤਾਂ ਉਹ ਅੰਦਰਲੀ ਅੱਖ ਲਈ ਹੈ, ਤਾਂ ਫਿਰ ਸਭ ਤੋਂ ਜ਼ਰੂਰੀ ਗੱਲ ਹੈ ਕਿ ਟਰਾਂਸਲੇਸ਼ਨ ਦੀ ਭਾਸ਼ਾ ਦੇ ਸੰਗੀਤ ਨੂੰ ਲਿਆਉਣ ਲਈ ਉਹਦੀ ਵੋਕੈਬਲਰੀ ਲੈਣੀ ਪਏਗੀ। ਵੋਕੈਬਲਰੀ ਦੇ ਵਿੱਚ ਜ਼ਾਹਰ ਹੈ ਕਿ ਬਰਾਬਰ ਕੋਰਸਪੋਂਡੈਂਸ ਵਾਲੇ ਸ਼ਬਦ ਨਹੀਂ ਹੁੰਦੇ, ਤਾਂ ਕਹਾਣੀ ਬਦਲਣੀ ਪਏਗੀ। ਜੇ ਤੁਹਾਡੇ ਕਹਾਣੀ ਦੇ ਵਿੱਚ ਗੈਂਡਾ ਆ ਗਿਆ, ਜਾਂ ਤਾਂ ਬੱਚੇ ਨੂੰ ਸਮਝਾਓ ਕਿ ਕਹਾਣੀ ਕਿੱਧਰ ਦੀ ਹੈ ਜਿੱਥੇ ਗੈਂਡੇ ਹੁੰਦੇ ਸੀ। ਜੇ ਤੁਸੀਂ ਕਹੋ ਵੀ ਪਟਿਆਲੇ ਦੇ ਕੋਲ ਗੈਂਡਾ ਤੁਰਿਆ ਫਿਰਦਾ ਸੀ, ਤਾਂ ਉਹਨੇ ਕਹਿਣਾ ਵੀ ਮੈਂ ਤਾਂ ਦੇਖਿਆ ਨਹੀਂ ਮੰਮੀ, ਕਿੱਥੇ ਹੈ। ਸੋ ਉੱਥੇ ਤੁਸੀਂ ਲੋਕੇਸ਼ਨ ਇਨਵੈਂਟ ਕਰਨੀ ਹੈ। ਇਸੇ ਤਰ੍ਹਾਂ ਤੁਸੀਂ ਭਾਸ਼ਾ ਦੇ ਸੰਗੀਤ ਦਾ ਪ੍ਰਾਇਮਰੀ ਟੈਸਟ ਰੱਖ ਕੇ ਅਨੁਵਾਦ ਕਰਨਾ। ਇਹ ਬਿਲਕੁਲ ਨਹੀਂ ਸੋਚਣਾ ਕਿ ਉਸ ਭਾਸ਼ਾ ਦਾ ਕੀ ਰਹਿ ਗਿਆ ਵਿੱਚੋਂ ਰਹਿ ਜਾਏ। ਤੁਸੀਂ ਹੋਰ ਵੀ ਤਾਂ ਬੜਾ ਕੁਝ ਲੈ ਕੇ ਆਓਗੇ ਨਾ, ਕਿਉਂਕਿ ਦੇਖੋ ਕਾਪੀਰਾਈਟ ਦਾ ਮਸਲਾ ਬੇਸਿਕਲੀ ਇੱਕ ਬਹੁਤ ਕਮੀਨਾ ਕੈਪੀਟਲਿਸਟ ਮਸਲਾ ਹੈ। ਪਰ ਕਿਸੇ ਨੇ ਇੱਕ ਕਹਾਣੀ ਲਿਖ ਦਿੱਤੀ, ਇੱਕ ਤਾਂ ਉਹ ਕਹਿੰਦਾ ਫਿਰਦਾ ਜੀ ਮੈਨੂੰ ਇੰਸਪੀਰੇਸ਼ਨ ਹੁੰਦੀ ਹੈ ਮੈਂ ਲਿਖਦਾ, ਜੇ ਇੰਸਪੀਰੇਸ਼ਨ ਹੁੰਦੀ ਤਾਂ ਫਿਰ ਤੂੰ ਠੇਕਾ ਲੈ ਪੈਸੇ ਲੈਣ ਦਾ, ਫਿਰ ਕਾਹਦਾ ਕਾਪੀਰਾਈਟ ਹੈ। ਜੇ ਉੱਪਰੋਂ ਸਾਰਾ ਉਤਰ ਕੇ ਹੀ ਆਇਆ ਸੀ ਤਾਂ ਫਿਰ ਉਤਰ ਕੇ ਅੱਗੇ ਜਾਣ ਨੂੰ ਅੱਗੇ ਜਾਣ ਦੇ, ਦੂਜਿਆਂ ਨੂੰ ਵੀ ਉਤਰਨ ਦਿਓ। ਕਿਸੇ ਨੇ ਕੁਛ ਲਿਖ ਦਿੱਤਾ, ਤੁਸੀਂ ਉਹਦੇ ਬਾਰੇ ਜਵਾਬਦੇਹ ਕਿਉਂ ਹੋਵੋ ਕਿ ਉਹਨੇ ਇੱਦਾਂ ਲਿਖਿਆ ਸੀ ਮੈਂ ਵੀ ਇਸ ਕਰਕੇ ਉੱਦਾਂ ਹੀ ਕਰਨਾ ਹੈ, ਫਿਰ ਨਾ ਕਰੋ। ਸੋ ਟਰਾਂਸਲੇਸ਼ਨ ਦੇ ਵਿੱਚ ਜਿਹੜਾ ਟਰਾਂਸਲੇਟਰ ਦਾ ਅਸੈਂਸ਼ੀਅਲ ਫਰੀडम ਹੈ, ਔਰ ਇੱਥੇ ਫਰੀडम ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਅਸੀਂ ਬੱਚੇ ਲਈ ਟਰਾਂਸਲੇਟ ਕਰਦੇ ਹਾਂ। ਬੱਚੇ ਤੇ ਅਸੀਂ ਗਿਆਨ ਦਾ ਬੋਝ ਨਹੀਂ ਪਾਉਣਾ, ਸਾਰੀ ਉਮਰ ਵੀ ਗਿਆਨ ਇਕੱਠਾ ਕਰ ਲਈ, ਔਰ ਵੈਸੇ ਗਿਆਨ ਜਿਹੜਾ ਇਕੱਠਾ ਕਰ ਵੀ ਲੈਂਦੇ ਇਹਨਾਂ ਨੂੰ ਕੀ ਮਿਲ ਜਾਂਦਾ ਹੈ। ਜੇ ਗਿਆਨ ਇਕੱਠਾ ਕਰ ਲਿਆ, ਸੰਗੀਤ ਗਵਾ ਲਿਆ, ਤਾਂ ਬਚਿਆ ਕੀ। ਅਸਲੀ ਗਿਆਨ ਤਾਂ ਸੰਗੀਤ ਦਿੰਦਾ ਹੈ। ਸੋ ਬੱਚਿਆਂ ਨੂੰ ਉਹ ਭਾਸ਼ਾ ਦਾ ਸੰਗੀਤ ਦੇਣਾ ਜ਼ਰੂਰੀ ਹੈ। ਦੈਨ ਇੱਕ ਚੀਜ਼ ਹੈ ਕਿ ਜਿਵੇਂ ਮੈਂ ਕਿਹਾ ਇਮੈਜਿਨਿੰਗ, ਉਹਨੂੰ ਅਸੀਂ ਕਹਿ ਸਕਦੇ ਕਿ ਫ੍ਰੀ ਇਮੈਜਿਨਿੰਗ ਹੈ। ਇਸ ਤਰ੍ਹਾਂ ਤਸੱਵੁਰ ਕਰਨਾ, ਇਸ ਤਰ੍ਹਾਂ ਕਲਪਨਾ ਕਰਨਾ, ਔਰ ਕਲਪਨਾ ਕਰਨਾ ਦੇ ਵਿੱਚ ਵੀ ਦੇਖੋ ਕੀ ਹੈ ਕਿ ਬਿਲਕੁਲ ਖੁੱਲੀ ਹੋਵੇ। ਕਲਪ ਬਣਾਉਣਾ ਹੁੰਦਾ ਹੈ, ਬਿਲਡਿੰਗ ਹੁੰਦਾ, ਕੰਸਟਰਕਸ਼ਨ ਹੁੰਦਾ। ਇਸ ਲਈ ਜਿੱਦਾਂ ਯੁੱਗ ਹੁੰਦੇ ਉੱਦਾਂ ਕਲਪ ਵੀ ਹੁੰਦੇ, ਕਲਪ ਵੱਡੇ ਹੁੰਦੇ। ਕਲਪ ਉਹ ਟਾਈਮ ਦੀਆਂ ਡਾਇਮੈਂਸ਼ਨਸ ਹੈ ਜਿਨ੍ਹਾਂ ਦੇ ਵਿੱਚ ਯੁੱਗ ਸਿਰਜੇ ਜਾਂਦੇ, ਔਰ ਜਿਨ੍ਹਾਂ ਦੇ ਵਿੱਚ ਯੂਨੀਵਰਸਿਸ ਪੈਦਾ ਹੁੰਦੀਆਂ ਹੈ, ਰਹਿੰਦੀਆਂ ਹੈ, ਤਾਂ ਖਤਮ ਹੋ ਜਾਂਦੀਆਂ। ਦੂਸਰੇ ਪਾਸੇ ਕਲਪਨਾ ਕਰਨਾ ਸਿਰਫ ਸੁਲਫਾ ਪੀ ਕੇ ਡਰੀਮ ਦੇਖਣਾ ਨਹੀਂ ਹੈ, ਜਿਹਨੂੰ ਅੰਗਰੇਜ਼ੀ 'ਚ ਪਾਈਪ ਡਰੀਮ ਕਹਿੰਦੇ ਹੈ ਨਾ। ਸਾਨੂੰ ਸਮਝ ਨਹੀਂ ਸਕਦਾ ਪਾਈਪ ਡਰੀਮ ਕੀ ਹੈ। ਜਦੋਂ ਆਪਾਂ ਹੋਸਟਲ ਗਏ ਤਾਂ ਫਿਰ ਪਤਾ ਲੱਗਾ ਕੀ ਹੁੰਦਾ ਹੈ, ਕਿਉਂਕਿ ਮੁੰਡੇ ਕਹਿੰਦੇ ਜੀ ਆਪਾਂ ਸੁਲਫਾ ਪੀ ਕੇ ਰਾਤ ਨੂੰ ਨਾ ਇਹਨੇ ਨਾਲੀ ਟੱਪਣੀ ਸੀ, ਇਹਨੂੰ ਦਰਿਆ ਦਿਸੀ ਜਾਂਦਾ ਸੀ, ਤੇ ਖਾਲੀ ਪਲੇਟ ਤੇ ਸਾਰੀ ਰਾਤ ਬੈਠਾ ਪਰੌਂਠੇ ਖਾਂਦਾ ਰਿਹਾ। ਕਿਉਂ? ਉਹ ਪਾਈਪ ਡਰੀਮ ਸੀ। ਹੁਣ ਇਹ ਜਿਹੜਾ ਪਾਈਪ ਡਰੀਮ ਹੈ, ਦੇਖੋ ਉਸ ਤੋਂ ਪਰੇ ਫ੍ਰੀ ਇਮੈਜਿਨਿੰਗ, ਜਿਹੜੀ ਫ੍ਰੀ ਇਮੈਜਿਨਿੰਗ ਹੈ ਕਿ ਟਾਈਮ ਐਂਡ ਸਪੇਸ, ਆਬਜੈਕਟਿਵ ਰਿਐਲਿਟੀ, ਪਰਸਨਲ ਐਕਸਪੀਰੀਅੰਸ ਦੇ ਕਿਲਿਆਂ ਤੋਂ ਤੋੜ ਕੇ ਤਸੱਵਰ ਨੂੰ ਜਾਣ ਦੇਣਾ। ਕਿਉਂਕਿ ਇਮੈਜਿਨ ਕਰਨਾ, ਕਲਪਨਾ ਕਰਨਾ, ਬਣਾਉਣਾ ਹੈ, ਬਿਲਡ ਕਰਨਾ ਹੈ, ਔਰ ਬਿਲਡ ਕਰਨਾ ਫਿਰ ਕੰਮ ਹੈ, ਕਿਰਤ ਹੈ, ਕ੍ਰਿਤੀ ਹੈ, ਅਨੁਕਾਰ ਹੈ। ਸੋ ਅਨੁਕਾਰ ਹੁੰਦਾ ਹੈ ਦੈਟ ਵਿਚ ਫੋਲੋਜ਼ ਆਫਟਰ, ਜਿਹੜਾ ਉਹਦੇ ਵਰਗਾ ਹੋਏਗਾ ਪਰ ਉਹਦੀ ਕਾਪੀ ਨਹੀਂ ਹੋਏਗਾ। ਮੇਰੀ ਭਾਸ਼ਾ ਦੇ ਵਿੱਚ ਕੋਈ ਗੀਤ ਮੇਰੀ ਭਾਸ਼ਾ ਦਾ ਆਪਣਾ ਗੀਤ ਬਣੇਗਾ ਤਾਂ ਹੀ ਉਹ ਟਰਾਂਸਲੇਸ਼ਨ ਕਾਮਯਾਬ ਹੈ। ਅਗਰ ਲੱਗਦਾ ਹੈ ਕਿ ਇਹ ਉਤਾਰਿਆ ਗਿਆ ਹੈ ਤਾਂ ਫਿਰ ਉਹ ਟਰਾਂਸਲੇਸ਼ਨ ਨਹੀਂ। ਦੈਨ ਇੱਕ ਕਨਸੈਪਟ ਹੈ ਵਿਕਲਪ ਦਾ, ਇੱਕ ਹੈ ਸੰਧੀ ਦਾ। ਇਹ ਏਨਸ਼ੀਐਂਟ ਇੰਡੀਅਨ ਆਰਟਸ, ਖਾਸ ਤੌਰ 'ਤੇ ਸਕਲਪਚਰ ਦੇ ਆਰਟਸ, ਬੁੱਧਿਸਟ ਔਰ ਹਿੰਦੂ ਆਰਟਸ ਜਿਹਨਾਂ ਨੂੰ ਕਿਹਾ ਗਿਆ ਹੈ ਗੋਲਡਨ ਏਜ ਆਫ ਇੰਡੀਅਨ ਹਿਸਟਰੀ ਦੇ, ਔਰ ਉਸ ਤੋਂ ਪਹਿਲੇ ਦੇ, ਉੱਥੋਂ ਆਏ ਹੋਏ। ਵਿਕਲਪ ਐਕਚੁਅਲੀ ਸੰਕਲਪ ਦਾ ਪੈਰਲਲ ਹੈ, ਲੇਕਿਨ ਆਲਮੋਸਟ ਆਪੋਜ਼ਿਟ। ਵਿਕਲਪ ਦਾ ਇੱਕ ਤਾਂ ਮਾੜਾ ਮਹਿਣਾ ਹੈ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਕਾਈਂਡ ਆਫ ਫਾਲਸ ਆਲਟਰਨੇਟਿਵ। ਪਰ ਵਿਕਲਪ ਉਹ ਵੀ ਹੈ ਜਿਹੜਾ ਇੱਕ ਪੈਰਲਲ ਕਲਪ ਹੈ, ਪੈਰਲਲ ਟਾਈਮ ਔਰ ਸਪੇਸ ਦੀ ਡਾਇਮੈਂਸ਼ਨ, ਇੱਕ ਸਮਾਨਾਂਤਰ ਨਵੀਂ ਰਚਨਾ ਹੈ।
दरअसल सारी कला ही विकल्प है, जिन्हों असी रियलिस्टिक आर्ट कहने वो भी तो विकल्प है, जिस का मतलब है कि ब्रश नाल बनाई हुई बंदे की तस्वीर उस जमाने च जो फोटो खिंची जा सकती होवे उहदी लोड़ की है, क्योंकि रियलिटी काफ़ी नहीं है, विकल्प की लोड़ है ना। कला विकल्प है, साहित्य विकल्प है। साहित्य एक सच्चाई दे बराबर सिरजी गई सच्चाई है, वो कापी नहीं है, क्योंकि अरस्तू दे विच भी वैसे देखा जाए तो मिमेसिस कॉपी नहीं है। अरस्तू साफ साफ कहता है, लेकिन इस किताब च नहीं कहता पोलिटिक्स विच, कि कलाकार कवि रब हुंदा है, क्योंकि रब सिरजदा है तो कवि वो है जो दुनिया नूं सिरजण दे फस्ट प्रिंसीपल्स नूं समझदा है, जो ये देखता है कि रब ने दुनिया बनाई किद्दां है, ਉਹਦੇ मुताबिक मैं अपनी दुनिया किद्दां बनानी है। वो जिहड़ी बनी हुई दुनिया है वो कविता है, वो ट्रैजिडी है, वो पोइट्री है, नकल नहीं मारी हुई। वो ट्रांसलेशन किते गड़बड़ हो गई। आ देखो ट्रांसलेशन की गड़बड़ हो जाए तो कित्थे कित्थे गड़बड़ जाती है। अरस्तू नूं ही असीं मिसअंडरस्टैंड करते रहने साल, क्यों? क्योंकि असीं सोचा मिमिस आही तो हुंदा होना है, क्यों? असीं पढ़ते ट्रांसलेशन के थ्रू। ओके, फिर संधि की संधि वैसटर्न आर्ट्स विच भी है, इंप्रैशनिज्म चाहे पोस्ट इंप्रैशनिज्म चाहे वैन गॉग तुहानूं मिलेगा, जिथे दो चीज़ां मिलदियां उहदा अध्याय। तंत्र विच भी है, योग दे विच भी है। संधि वो पॉइंट है जिथे दो भाषावां, दो सभ्याचार, दो संभावनावां, एक अडल्ट ट्रांसलेटर ते एक चाइल्ड रीडर मिलते, उहदे ते जरा साधना करो किस पॉइंट ते जाके पंजाबी ते हिंदी मिलदियां पईयां। जिथे वो मिलदियां है तो एक ऐसी थां है जिथे ट्वाइलाइट है, एक तरह की कुसमसा है, जिथे ना पंजाबी पंजाबी ना हिंदी हिंदी है, कुछ होर ही पैदा हो रहा है। जिथे जिथे सानू अनुवाद दीयां समस्यावां आंदियां, संधि दे उस कुसमसे च जाके उहदे जवाब लभ जाते, लेकिन थोड़ी देर उत्थे बैठना पैंदा है। फटाफट डिक्शनरी खोल के मैना लभ लेना फिर गल नहीं बनती। इंतजार करो, कई बार शब्द हौली हौली तुरे आ रहे होंगे, पहुँचते देर नाल है, ਉਹਦੀ इंतजार करने जरूरी है। सो ट्रांसलेशन ये सोच के नहीं करने कि आज मैं 10 पेज कर ही देने, जो मर्जी हो जाए, जिदा ने मर्जी हो, ड्राफ्ट हैगा करके रख लो, कोई गल नहीं, फिर देखेंगे। दैन जैसचर का कोई कॉन्सैप्ट है जिहड़ा अहमदोवा का नाम तो असीं सबने सुनिया ही है। अहमदोवा के घर वाले ने दिता सी एक अपने ऐसे च, उस ऐसे का नाम है अंग्रेजी च द लाइफ ऑफ वर्स, कविता की जिंदगी। पता कि कतल करता गया, फिर उस तो बाद अहमदोवा का बेटा 26 साल जेल च रहा। तो जैसचर की मैं तुहानूं पूरी एक कोटेशन पढ़ के सुनाना पहले, फिर आपां इहदे बारे जिहड़े दो केंद्र बिंदुओं की गल करांगे, तो तकरीबन उस नाल आपां गल खत्म कर लांगे। बाय जेस्चर इन ए पोएम आई मीन सच अरेंजमेंट ऑफ वर्ड्स, चॉइस ऑफ वॉवल एंड कॉन्सोनेंट साउंड्स, acceleration and deceleration of rhythm, as has the reader of the poem strike the pose of his hero. कहानी कविता पढ़ते पढ़ते कई बार तुसी अपने आप को उही महसूस करन लग पे जिहदे बारे पढ़ते पे। बच्चे अक्सर करते जदों चिड़ी की कहानी करते तो विच चिड़ी तरह बोलन लग पैंदे। Then copy his mimicry. If the character is mimicking, the reader will also mimic. The writer will create that mimicry and movements, and thanks to the suggestion of his own body, experience what the poet himself did. अरस्तू ने भी यही गल कही सी विजुअलाइजेशन पे। तुसी लिखण लई इमैजिन कीता, इमैजिन करते हुए कवि ने यह देखा कि हुण मेरा एक्टर ये गल कहता गया, खड़ा किद्दां होएगा, मूँह किद्दां खुलेगा, उसका किस पासे मूँह होएगा, बांह हिलेगी कि नहीं, लत्त कंबेगी कि नहीं। तुसीं किस वेले मैल गिब्सन की हैमलेट देखना, जदों हैमलेट की मौत आती है, पॉइजन अंदर चली गई है, एक लत्त खड़ी रह जाती, एक जवाब दे जाती है, तो लत्त स्लाइड करके फ्लैट गिर जाता है। बस हर एक बंदे ने हैमलेट को मरते हुए अलग अलग दिखाया। क्यों?
ਕਿਉਂਕਿ ਇਹ ਕਲਪਨਾ ਕਰਨਾ ਕਵੀ ਲਈ ਜ਼ਰੂਰੀ ਹੈ, ਉਸ ਤੋਂ ਬਗੈਰ ਉਹਦੀ ਮੌਤ ਹੋਣੀ ਹੀ ਨਹੀਂ। So gesture, thanks to the suggestion of his own body, experience what the poet himself did, so that the spoken ideas, देखो कितना कुछ है ਇਹਦੇ ਵਿੱਚ। ਵੱਡੇ ਆਦਮੀ ਇਹ ਹੁੰਦੇ ਆਈਡੀਆਜ਼ ਨਹੀਂ, ਸਪੋਕਨ ਆਈਡੀਆਜ਼। ਜਦੋਂ ਉਹ ਬੋਲੇ ਗਏ, ਲਿਖੇ ਨਹੀਂ ਗਏ, ਬੋਲਣ ਦੀ ਗੱਲ ਹੈ। ਸਪੋਕਨ ਆਈਡੀਆਜ਼ ਬਿਕਮਸ no longer a lie but the truth। ਬੰਦੇ ਦਾ ਸਰੀਰ ਕਵੀ ਦਾ ਔਰ ਫਿਰ ਅਨੁਵਾਦਕ ਦਾ ਇਸ ਤਰ੍ਹਾਂ ਇਨਵੋਲਵ ਹੋ ਜਾਂਦਾ ਹੈ ਕਿ ਸਰੀਰ ਹੀ ਤੁਹਾਨੂੰ ਦੱਸਣ ਲੱਗ ਪੈਂਦਾ ਕਿ ਹੁਣ ਸ਼ਬਦ ਕਿਹੜਾ ਆਉਣਾ ਹੈ। ਸਰੀਰ ਦੀ ਭਾਸ਼ਾ ਸੁਣੋ, ਉਹ ਕਹੇਗਾ। ਫਿਰ ਉਹ ਕਹਿੰਦਾ ਹੈ ਕਿ ਜਿਹੜੇ ਸਪੋਕਨ ਆਈਡੀਆਜ਼ ਹੈ ਉਹ ਝੂਠ ਨਹੀਂ ਰਹਿੰਦੇ। ਇਹ ਲਾਈ ਕਿਹੜੀ ਹੈ? ਫਿਕਸ਼ਨ ਵਾਲੀ ਲਾਈ ਹੈ, ਇਮੈਜਿਨਡ ਰਿਐਲਿਟੀ ਦੀ। ਉਹ ਦ ਟਰੂਥ ਬਣ ਜਾਂਦੇ। ਇਹ ਲਾਈ ਬਿਕਮਸ ਦ ਟਰੂਥ। ਉਹ ਅਟਰੂਥ ਵੀ ਨਹੀਂ ਹੈ, ਉਹ ਸਨਾਤਨ ਸੱਚ ਹੈ, ਉਹ ਬਣ ਜਾਂਦੇ। ਲੇਕਿਨ ਉਹਦੇ ਵਿੱਚ ਦੇਖੋ ਸਰੀਰ ਦਾ ਔਰ ਬਾਣੀ ਦਾ ਉਹਦੀ ਇਨਵੋਲਵਮੈਂਟ ਕਿੰਨੀ ਜ਼ਿਆਦਾ। ਸੋ ਆਖਰੀ ਗੱਲ ਇੱਥੇ ਆਪਾਂ ਖਤਮ ਕਰਦੇ ਹਾਂ ਕਿ ਟ੍ਰਾਂਸਲੇਸ਼ਨ ਮੈਨੂੰ ਕਈ ਵਾਰੀ ਲੱਗਦਾ ਕਿ ਪੇਂਟਿੰਗ ਦੀ ਤਰ੍ਹਾਂ ਹੈ। ਤੁਹਾਨੂੰ ਪਤਾ ਹੈ ਕਿ ਬਹੁਤ ਸਾਰੇ ਮਾਡਰਨ ਆਰਟਿਸਟ ਇੱਕ ਕੰਮ ਕਰਦੇ, ਕੁਛ ਤਾਂ ਲੁਧਿਆਣੇ ਵੀ ਬੈਠੇ ਹੋਏ ਹੈ, ਇੱਕ ਹੁੰਦੇ ਬਾਜ਼ਾਰ ਦੇ ਲਈ ਕੰਮ ਕਰਦੇ। ਲੋਕ ਰੈਨੇਸੈਂਸ ਦੀਆਂ ਪੇਂਟਿੰਗਸ ਦੁਬਾਰਾ ਬਣਾਉਂਦੇ ਆ, ਬਿਲਕੁਲ ਉਦਾਂ ਦੀਆਂ ਬਣਾਉਣ ਦੀ ਕੋਸ਼ਿਸ਼ ਕਰਦੇ ਤਾਂ ਕਿ ਉਹ ਵੇਚੀਏ ਜਾਣ। ਜਿਹੜਾ ਫਿਲਮਾਂ 'ਚ ਇੱਕ ਵਿਲਨ ਹੁੰਦਾ ਸੀ, ਹੁਣ ਵੀ ਵੈਸੇ ਹੈ ਉਹ, ਮਤਲਬ ਉਹ ਅੱਜ ਕੱਲ੍ਹ ਵਿਲਨ ਨਹੀਂ ਹੁੰਦਾ, ਅੱਜ ਕੱਲ੍ਹ ਵੈਸੇ ਜੈਂਟਲਮੈਨ ਹੈ। ਰਣਜੀਤ ਦਾ ਇੱਕ ਸ਼ੌਕ ਸੀ ਕਿ ਉਹਨੇ ਗ੍ਰੇਟ ਵਰਲਡ ਪੇਂਟਿੰਗਸ ਦੀਆਂ ਕਾਪੀਜ਼ ਬਣਵਾ ਕੇ ਆਪਣੇ ਘਰ 'ਚ ਲਾਉਣੀ। ਤਾਂ ਮੇਰਾ ਕੋਈ ਸਟੂਡੈਂਟ ਹੁੰਦਾ ਸੀ, ਉਹਦਾ ਕੋਈ ਰਿਸ਼ਤੇਦਾਰ ਸੀ, ਉਹ ਬਣਾ ਕੇ ਵੇਚਦਾ ਹੁੰਦਾ ਸੀ। ਉਹ ਕਿਸੇ ਜ਼ਮਾਨੇ 'ਚ 30 ਸਾਲ ਪਹਿਲੇ 25-30 ਹਜ਼ਾਰ ਦੀਆਂ ਵੇਚਦਾ ਸੀ। ਪਰ 20th ਸੈਂਚੁਰੀ 19th ਸੈਂਚੁਰੀ 'ਚ ਮਾਡਰਨ ਆਰਟਿਸਟ ਅਜਿਹੇ ਵੀ ਹੋਏ ਹੈ ਜਿਨ੍ਹਾਂ ਨੇ ਇੱਕ ਗ੍ਰੇਟ ਪੇਂਟਿੰਗ ਲਈ ਦੁਆਰਾ ਬਣਾਈ, ਔਰ ਦੁਆਰਾ ਜਦੋਂ ਬਣਾਈ ਤਾਂ ਉਸੇ ਸਾਈਜ਼ ਦੀ ਕੈਨਵਸ ਤੇ ਉਹੀ ਪੇਂਟਿੰਗ ਬਣਾਈ, ਪਰ ਆਪਣੇ ਪੁਆਇੰਟ ਆਫ ਵਿਊ ਤੋਂ ਬਣਾਈ, ਆਪਣੇ ਵਿਜ਼ਨ 'ਚੋਂ ਬਣਾਈ। ਸੋ ਨਵੀਂ ਬਣਾਤੀ। ਉਹੀ ਸ਼ਿਪ ਹੈ, ਉਹੀ ਚੰਦਰਮਾ ਹੈ, ਉਹੀ ਸਮੁੰਦਰ ਹੈ, ਉਹੀ ਬੰਦੇ ਹੈ, ਪਰ ਨਾ ਹੀ ਉਹ ਬੰਦੇ, ਨਾ ਹੀ ਉਹ ਸ਼ਿਪ ਹੈ, ਨਾ ਹੀ ਉਹ ਚੰਦਰਮਾ, ਨਾ ਹੀ ਉਹ ਸਮੁੰਦਰ ਹੈ। ਇਹ ਹੈ ਉਹ ਮਿਮੇਸਿਸ ਜਿਹਦੀ ਅਰਸਤੂ ਨੇ ਗੱਲ ਕੀਤੀ ਸੀ, ਔਰ ਇਹੀ ਹੈ ਟ੍ਰਾਂਸਲੇਸ਼ਨ। ਕਿਉਂਕਿ ਟ੍ਰਾਂਸਲੇਸ਼ਨ ਦੇ ਵਿੱਚ ਜਿਸ ਤਰ੍ਹਾਂ ਮੈਂ ਕਿਹਾ ਕਿ ਫਾਈਡੈਲਿਟੀ ਪਾਠਕ ਦੇ ਪ੍ਰਤੀ ਤੁਸੀਂ ਦੇਖਣੀ ਹੈ, ਪਰਪਸ ਦੇ ਪ੍ਰਤੀ ਦੇਖਣੀ ਹੈ, ਟੈਕਸਟ ਪ੍ਰਤੀ ਨਹੀਂ ਦੇਖਣੀ। ਫਿਰ ਹੋਰ ਕਿਸ ਪ੍ਰਤੀ ਦੇਖੀ ਹੈ? ਟ੍ਰਾਂਸਲੇਸ਼ਨ ਦੀ ਇੱਕ ਫਾਈਡੈਲਿਟੀ, ਇੱਕ ਵਫਾਦਾਰੀ ਆਪਣੇ ਨਾਲ ਵੀ ਹੈ, ਕਿਉਂਕਿ ਜੋ ਟ੍ਰਾਂਸਲੇਟਿਡ ਵਰਕ ਹੋਏਗਾ ਉਹ ਆਪਣੇ ਆਪ ਨਾਲ ਤਾਂ ਵਫਾ ਨਿਭਾਏ। ਸੋ ਉਹਦੀ ਇੱਕ ਇੰਟਰਨਲ ਇੰਟੈਗ੍ਰਿਟੀ ਹੁੰਦੀ ਹੈ, ਇੱਕ ਆਰਗੈਨਿਕ ਹੋਲਨੈਸ ਹੁੰਦੀ ਹੈ। ਜੇ ਉਹ ਬਾਰ-ਬਾਰ ਫਰੇਮ 'ਚ ਉੱਠ ਕੇ ਪੇਂਟਿੰਗ ਨਾਲ ਦੀ ਨੂੰ ਦੇਖੀ ਜਾਏ, ਇਹ ਕਿੱਦਾਂ ਦੀ ਹੈ, ਮੈਂ ਠੀਕ ਲੱਗਦੀ ਹਾਂ, ਤਾਂ ਉਹ ਪੇਂਟਿੰਗ ਕਦੀ ਚੰਗੀ ਨਹੀਂ ਹੋ ਸਕਦੀ। ਟ੍ਰਾਂਸਲੇਟਰ ਅਲਟੀਮੇਟਲੀ ਕੀ ਕਰਦਾ ਹੈ ਕਿ ਜਿੱਥੋਂ ਟ੍ਰਾਂਸਲੇਸ਼ਨ ਕਰਦਾ ਹੈ ਉਹਨੂੰ ਇੱਕ ਪਾਸੇ ਰੱਖ ਦਿੰਦਾ ਹੈ, ਸਿਰਫ ਫਿਰ ਉਹ ਟ੍ਰਾਂਸਲੇਸ਼ਨ ਦੇ ਵਿੱਚ ਹੀ ਰਹਿੰਦਾ ਹੈ। ਐਂਡ ਦੈਨ ਦਾ ਟ੍ਰਾਂਸਲੇਸ਼ਨ ਅਚੀਵਸ ਇਟਸ ਆਰਗੈਨਿਸਿਟੀ। ਔਰ ਇੱਕ ਗੱਲ ਯਾਦ ਰੱਖਿਓ, ਇਹ ਕਦੀ ਨਾ ਸੋਚਣਾ ਕਿ ਕਿਉਂਕਿ ਬੱਚੇ ਆ ਤੁਹਾਡੇ ਪਾਰਟ, ਇਸ ਲਈ ਬੱਚਿਆਂ ਨੂੰ ਕਿਹੜਾ ਪਤਾ ਹੈ। ਸਭ ਤੋਂ ਖਤਰਨਾਕ ਕ੍ਰਿਟਿਕ ਬੱਚੇ ਹੁੰਦੇ। ਮੈਂ ਇਹ ਮੰਨਦਾ ਕਿ ਨਿੱਕੇ ਤੋਂ ਨਿੱਕਾ ਬੱਚਾ ਵੀ ਕਲਾਸ ਵਿੱਚ ਬੈਠਾ ਹੋਇਆ ਟੀਚਰ ਦਾ ਕੈਰੈਕਟਰ ਪਛਾਣਦਾ ਹੁੰਦਾ ਹੈ। ਨਰਸਰੀ ਦੇ ਬੱਚੇ ਜਾਣ ਲੈਂਦੇ ਕਿ ਮੇਰੀ ਮੈਡਮ ਮੇਰਾ ਸਾਰੇ ਝੂਠ ਬੋਲਦਾ ਹੈ, ਬੇਈਮਾਨੀ ਕਰਦਾ, ਤਿਆਰੀ ਹੋ ਗਈ ਕਰਕੇ ਆਇਆ ਕਿ ਨਹੀਂ ਆਇਆ, ਸਭ ਨੂੰ ਪਿਆਰ ਕਰਦਾ ਕਿ ਡਿਸਕ੍ਰਿਮੀਨੇਸ਼ਨ ਕਰਦਾ, ਬੱਚੇ ਸੁੰਘ ਲੈਂਦੇ। ਸੋ ਟ੍ਰਾਂਸਲੇਸ਼ਨ ਅਗਰ ਬੱਚੇ ਨੇ ਤੁਹਾਡੀ ਪਾਸ ਕਰ ਦਿੱਤੀ ਤਾਂ ਮੇਰਾ ਇਹ ਪ੍ਰੋਮਿਸ ਹੈ, ਯੂ ਵਿਲ ਬੀ ਸਕਸੈਸਫੁਲ ਟ੍ਰਾਂਸਲੇਟਰਸ। ਇਫ ਯੂ ਫੇਲ ਦੇਅਰ ਯੂ ਹੈਵ ਫੇਲਡ ਦੀ ਫਸਟ but also the last test, because it is also the most difficult test to pass. So thank you very much, Dr. Surjit ji, Gurmukh ji, Navjot ji, बहुत बहुत धन्यवाद।